सो देखो प्रोजेक्टाइल मोशन ਤੇ ਪ੍ਰੋਜੈਕਟਾਈਲ ਮੋਸ਼ਨ ਦਾ ਤੁਹਾਨੂੰ ਪਤਾ ਹੈ ਕਿ ਇਹ ਫਸਟ ਲੈਕਚਰ ਨਹੀਂ ਹੈ, ਇਸ ਤੋਂ ਪਹਿਲਾਂ ਇੱਕ ਫਸਟ ਲੈਕਚਰ ਆਪਾਂ ਲਗਾ ਚੁੱਕੇ ਹਾਂ ਤੇ ਉਹ ਲੈਕਚਰ ਆਪਾਂ ਲਗਾਇਆ ਸੀਗਾ ਸੰਡੇ ਨੂੰ, ਜਿਸ ਦਿਨ ਐਕਸਟਰਾ ਕਲਾਸ ਸੀ ਤੁਹਾਡੀ ਮੈਡੀਕਲ ਤੇ ਨਾਨ ਮੈਡੀਕਲ ਦੋਨਾਂ ਦੀ। ਠੀਕ ਹੈ ਜੀ। ਸੋ ਇਹਦੇ ਬਾਰੇ ਜੋ ਇਹਦੀ ਪਿਕਚਰ ਹੈ ਉਹ ਪਿਕਚਰ ਤੁਹਾਨੂੰ ਮੈਂ ਕਲੀਅਰ ਕਰ ਚੁੱਕਾ ਉੱਥੇ ਆਲਰੇਡੀ। ਤੇ ਇਸ ਨੂੰ ਲਿਖਣ ਲਈ ਮਤਲਬ ਮੈਂ ਤੁਹਾਨੂੰ ਸਮਝਾਇਆ ਸੀ ਕਿਵੇਂ ਲਿਖਣਾ ਆਪਾਂ, ਤੇ ਇਹਦੇ ਲਈ ਆਪਣੇ ਕੋਲ ਸ਼ੀਟਸ ਵੀ ਤੁਹਾਨੂੰ ਹੈਗੀਆਂ ਸੀ ਭੇਜੀਆਂ ਸੀ। ਉੱਤੇ ਕਰ ਦਿੰਦਾ ਮੈਂ, ਸੌਰੀ ਵਾਈਟ ਬੋਰਡ ਤੇ ਕਰਦਾ ਇੱਥੇ ਦੇ ਨਾਲੋਂ ਉੱਥੇ, ਕਿਉਂਕਿ ਡਰਾ ਕਰਨਾ ਆਸਾਨ ਹੈ ਵੈਲੋਸਿਟੀਜ਼ ਨੂੰ ਸਮਝਾਉਣਾ। ਸੋ ਲੈਟਸ ਡੂ ਇਟ देयर। ਇੱਥੇ ਕਰਦੇ ਹਾਂ, ਇੱਥੇ ਟੂਲਸ ਬੈਟਰ ਨੇ। ਸੋ ਆਪਾਂ ਜੋ ਮੈਂ ਫਿਰ ਇੱਕ ਵਾਰ ਟੌਪਿਕ ਦਾ ਨਾਮ ਲਿਖ ਦੇਣਾ ਇੱਥੇ ਵੀ, ਪ੍ਰੋਜੈਕਟਾਈਲ ਮੋਸ਼ਨ ਪੜ੍ਹਨ ਜਾ ਰਹੇ ਹਾਂ। ਤੇ ਪ੍ਰੋਜੈਕਟਾਈਲ ਮੋਸ਼ਨ ਦੇ ਵਿੱਚ ਦੇਖੋ ਆਪਾਂ ਜਿਹੜੀ ਚੀਜ਼ਾਂ ਕੀਤੀਆਂ ਸੀ, ਇੱਕ ਤਾਂ ਆਪਾਂ ਕੈਲਕੂਲੇਟ ਕੀਤਾ ਸੀ ਟਾਈਮ ਆਫ ਫਲਾਈਟ। ਜਿਹੜੇ ਬੱਚਿਆਂ ਨੂੰ ਪੁਰਾਣਾ ਇਹਦੇ ਵਿੱਚ ਥੋੜਾ ਪਤਾ ਵੀ ਹਲੇ ਭੁੱਲ ਗਏ ਹੋ ਜਾਂ ਕੀ ਵੀ ਟਾਈਮ ਹੋ ਗਿਆ ਵੀ, ਤਾਂ ਉਹ ਬੱਚੇ ਦੁਬਾਰਾ ਪ੍ਰੋਜੈਕਟਾਈਲ ਮੋਸ਼ਨ ਦਾ ਲੈਕਚਰ ਦੇਖਣਗੇ। ਜਦੋਂ ਪ੍ਰੋਜੈਕਟਾਈਲ ਮੋਸ਼ਨ ਕਰਵਾਇਆ ਸੀ ਉਹਦੀ ਰਿਕਾਰਡਿੰਗ ਵੀ ਪਈ ਹੈ, ਕਹੋ ਤਾਂ ਮੈਂ ਅੱਜ ਦੁਬਾਰਾ ਉਹ ਵੀ ਸ਼ੇਅਰ ਕਰ ਦੂੰਗਾ ਤੇ ਇਹ ਵੀ ਸ਼ੇਅਰ ਕਰ ਦੂੰਗਾ। ਤੇ ਉਸ ਤੋਂ ਬਾਅਦ ਉਹ ਦੇਖ ਕੇ ਇਹ ਵਾਲਾ ਨਾਲ ਹੀ ਕਰ ਲਓ। ਟਾਈਮ ਆਫ ਫਲਾਈਟ ਮੈਂ ਕੈਲਕੂਲੇਟ ਕੀਤਾ ਸੀ। ਟਾਈਮ ਆਫ ਫਲਾਈਟ ਪਹਿਲੀ ਗੱਲ ਤਾਂ ਤੁਹਾਨੂੰ ਦੱਸਿਆ ਸੀ ਕੀ ਹੁੰਦਾ ਨਾ, ਇਟ ਇਜ਼ ਦਾ ਟਾਈਮ ਇੰਟਰਵਲ ਡਿਊਰਿੰਗ ਵਿਚ ਦ ਪ੍ਰੋਜੈਕਟਾਈਲ ਰਿਮੇਨਸ ਇਨ 에ਅਰ ਬਿਫੋਰ ਸਟ੍ਰਾਈਕਿੰਗ ਦ ਗਰਾਊਂਡ ਅਗੇਨ, ਜਾਂ ਨੀਚੇ ਆਉਣ ਤੋਂ ਪਹਿਲਾਂ ਜਸਟ ਕਿੰਨਾ ਟਾਈਮ ਉਹ ਹਵਾ ਵਿੱਚ ਰਹਿੰਦਾ ਹੈ। ਤਾਂ ਇਹ ਟਾਈਮ ਆਫ ਫਲਾਈਟ ਕਿੰਨੀ ਆਈ ਸੀ, ਆਪਾਂ ਕੀਤਾ ਸੀ ਆਹ ਵਾਲਾ ਕੇਸ ਜਦੋਂ ਉਹਨੂੰ ਹੌਰੀਜ਼ੌਂਟਲ ਤੋਂ ਯੂ ਵੈਲੋਸਿਟੀ ਨਾਲ ਆਪਾਂ ਫਾਇਰ ਕਰਦੇ ਹਾਂ ਥੀਟਾ ਐਂਗਲ ਤੇ, then ਇਸ ਕੇਸ ਵਿੱਚ ਉਹ ਪ੍ਰੋਜੈਕਟਾਈਲ ਦਾ ਜਿਹੜਾ ਟਾਈਮ ਆਫ ਫਲਾਈਟ ਸੀ ਆਇਆ ਸੀ, ਇਟ ਵਾਸ 2u sin theta by g। ਯਾਦ ਹੈ ਸਾਰਿਆਂ ਨੂੰ? yes sir, yes sir। ਆਇਆ ਸੀ ਤੇ ਟਾਈਮ ਆਫ ਫਲਾਈਟ ਲਈ ਅਸੀਂ ਅੱਧਾ ਮੋਸ਼ਨ ਕੰਸੀਡਰ ਕੀਤਾ ਸੀ, ਉਹ a ਤੱਕ ਸ਼ਾਇਦ ਮੈਂ ਤੁਹਾਨੂੰ ਆਪ ਦੱਸਿਆ ਸੀ। yes sir। ਵਰਟੀਕਲ ਐਂਡ ਆਫ ਵੈਲੋਸਿਟੀਜ਼ ਵੀ ਮੈਂ ਹੁਣ ਦੁਬਾਰਾ ਉੱਤੇ ਵੀ ਆਉਂਗਾ। ਚਲੋ, ਤੇ ਦੂਸਰਾ ਆਪਾਂ ਪਤਾ ਕੀਤਾ ਸੀ ਇੱਥੇ ਮੈਕਸਿਮਮ horizontal range। ਕੱਲ ਗਰੁੱਪ ਚ ਤੁਸੀਂ ਦੇਖਿਆ ਹੋਣਾ ਇੱਕ ਕੁਐਸਚਨ ਆਇਆ ਸੀ ਬੜਾ ਵਧੀਆ, ਅਦਿਤੀ ਨੇ ਪਾਇਆ ਸੀ ਤੇ ਉਸ ਕੁਐਸਚਨ ਤੇ ਡਿਸਕਸ਼ਨ ਹੋਈ ਸੀ ਸਾਡੀ ਥੋੜੀ ਜੀ। ਮੈਂ ਅੱਜ ਉਹਨੂੰ ਵੀ ਥੋੜਾ ਹੋਰ ਐਲੈਬੋਰੇਟ ਕਰੂੰਗਾ ਬਹੁਤ ਚੰਗੀ ਤਰ੍ਹਾਂ। ਮੈਕਸਿਮਮ ਹਾਈਟ ਰੀਚਡ ਵਾਸ u square sin square theta upon 2g। sin square theta upon 2g, this is maximum height reached। तीसरा आएगा horizontal range। horizontal range, horizontal range, and horizontal range was r, that is equal to u square sin 2 theta by g, 2 times theta divided by g। ਐਂਡ ਉਸ ਤੋਂ ਬਾਅਦ ਦੋ ਗੱਲਾਂ ਐਡ ਕੀਤੀਆਂ ਸੀ ਇਹਦੇ ਚ ਹੋਰ, ਮੈਂ ਇੱਕ ਵਾਰ ਰਿਮਾਈਂਡ ਕਰਾਂ। ਇੱਕ ਗੱਲ ਆਪਾਂ ਐਡ ਕੀਤੀ ਸੀ ਇਹ ਚ ਕਿ ਹੌਰੀਜ਼ੌਂਟਲ ਰੇਂਜ, ਇਹ ਹੌਰੀਜ਼ੌਂਟਲ ਰੇਂਜ ਦੇ ਬਾਰੇ ਸੀ। ਸੋ 3a ਕਹਿ ਦਿੰਦੇ ਹਾਂ ਆਪਾਂ। ਇੱਕ ਤਾਂ ਰੇਂਜ ਵਿਲ ਬੀ ਮੈਕਸਿਮਮ ਅਗਰ ਥੀਟਾ ਕਿੰਨਾ ਆਏਗਾ 45 ਡਿਗਰੀ ਟੂ ਕੀਤਾ ਸੀ, ਤੇ ਮੈਕਸਿਮਮ ਰੇਂਜ ਫਿਰ ਕਿੰਨੀ ਆ ਜਾਂਦੀ ਹੈ u square by g ਆ ਜਾਂਦੀ ਹੈ ਨਾ, ਐਟ ਥੀਟਾ ਇਕੁਅਲ ਟੂ 45 ਡਿਗਰੀ। ਤੇ ਇੱਕ ਬੀ ਪਾਰਟ ਵੀ ਇਹਦਾ ਪ੍ਰੂਵ ਕੀਤਾ ਸੀ ਕਿ ਅਗਰ ਤੁਸੀਂ ਐਂਗਲ ਆਫ ਪ੍ਰੋਜੈਕਸ਼ਨ ਜਿਹੜਾ ਹੈ ਉਹ ਸਪਲੀਮੈਂਟਰੀ ਐਂਗਲਸ ਹੋਏ, ਯਾਨੀ ਕਿ ਥੀਟਾ ਤੇ complementary, then they will have same range। ਇੱਕ ਰਾਇ ਸੀ, ਠੀਕ ਹੈ ਜੀ ਗੱਲ? yes sir। ਸੋ ਕਿਉਂਕਿ ਹੁਣ ਮੈਂ ਹੋਰ ਡਿਟੇਲ ਚ ਜਾਣਾ ਚਾਹੁੰਦਾ ਵਾ, ਪ੍ਰੋਜੈਕਟਾਈਲ ਮੋਸ਼ਨ ਨੂੰ ਹੋਰ ਨੇੜੋਂ ਦੀ ਦੇਖਣਾ ਚਾਹੁੰਦਾ ਵਾ, ਇਹਦੇ ਇਕੱਲੇ ਇਕੱਲੇ ਇੰਸਟੈਂਟ ਨੂੰ, ਇਸ ਲਈ ਮੈਂ ਦੁਬਾਰਾ ਤੁਹਾਨੂੰ ਉਹੀ ਡਾਇਗਰਾਮ ਦਿਖਾਊਂਗਾ ਜਾਂ ਉੱਥੇ ਲੈ ਕੇ ਜਾਊਂਗਾ ਜਿੱਥੋਂ ਮੈਂ ਪਹਿਲਾਂ ਕੀਤਾ ਸੀ। ਸੋ ਇੱਕ ਵਾਰ ਦੇਖਦੇ ਹਾਂ ਉਸ ਪਿਕਚਰ ਨੂੰ ਕੰਸਟਰਕਟ ਕਰਦੇ ਹਾਂ ਤਾਂ ਕਿ ਆਪਾਂ ਉਹਦੇ ਉੱਪਰ ਬਾਕੀ ਸਾਰੀਆਂ ਗੱਲਾਂ ਕਰ ਸਕੀਏ। ਸਭ ਤੋਂ ਪਹਿਲਾਂ ਆਪਾਂ ਬਣਾ ਦਿੰਦੇ ਹਾਂ ਗਰਾਊਂਡ, ਜਿੱਥੋਂ ਆਪਾਂ ਸਾਰਾ ਇਹ ਕੰਮ ਕਰ ਰਹੇ ਹਾਂ। ਸੋ ਆਪਾਂ ਇੱਕ ਗਰਾਊਂਡ ਬਣਾ ਦਿੰਦੇ ਹਾਂ, ਆ ਰਿਹਾ ਗਰਾਊਂਡ। ਤੇ ਗਰਾਊਂਡ ਦੇ ਵਿੱਚ ਕਿਸੇ ਪਾਰਟਿਕੂਲਰ ਪੁਆਇੰਟ ਤੋਂ ਆਪਾਂ ਪ੍ਰੋਜੈਕਸ਼ਨ ਸ਼ੁਰੂ ਕੀਤੀ ਹੈ, ਮੰਨ ਲਓ ਇੱਥੋਂ ਹੀ ਸ਼ੁਰੂ ਕੀਤੀ ਹੈ, ਆਈ origin ਮੰਨ ਲਓ ਉਹ, ਤੇ ਇੱਥੋਂ ਕਿਸੇ ਪਾਰਟਿਕੂਲਰ ਵੈਲੋਸਿਟੀ ਦੇ ਨਾਲ ਇੱਕ ਆਪਾਂ ਐਂਗੂਲਰ ਪ੍ਰੋਜੈਕਸ਼ਨ ਦਿੱਤੀ ਉਹਨੂੰ, ਹੌਰੀਜ਼ੌਂਟਲ ਦੇ ਨਾਲ ਐਂਗਲ ਬਣਾ ਕੇ, ਤੇ ਹੌਰੀਜ਼ੌਂਟਲ ਦੇ ਨਾਲ ਐਂਗਲ ਬਣ ਰਿਹਾ ਥੀਟਾ। ਇਹ ਵੈਲੋਸਿਟੀ ਨੂੰ ਆਪਾਂ u ਵੈਕਟਰ ਨਾਲ ਹੀ ਰਿਪਰੈਜ਼ੈਂਟ ਕਰਾਂਗੇ ਹਮੇਸ਼ਾ, ਪਰ
ਇਸ ਵੈਲੋਸਿਟੀ ਦਾ ਜੋ ਮੈਗਨੀਟਿਊਡ ਹੁੰਦਾ ਹੈ ਉਹਨੂੰ ਕੱਲਾ u ਕਹਿ ਸਕਦੇ ਹਾਂ। ਤੇ ਇਸੇ ਲਈ ਅਸੀਂ ਇਸ ਵੈਲੋਸਿਟੀ ਨੂੰ ਜਦੋਂ ਦੋ ਕੰਪੋਨੈਂਟਸ ਵੰਡਦੇ ਆ ਤਾਂ ਇਸ ਦੀ ਲੈਂਥ ਨੂੰ u ਲੈਣੇ ਆ ਕੱਲੀ, ਤੇ ਇਹਦਾ ਜਿਹੜਾ ਇਧਰਲਾ ਕੰਪੋਨੈਂਟ ਹੋਏਗਾ ਹੌਰੀਜ਼ੌਂਟਲ ਕੰਪੋਨੈਂਟ ਇੰਨਾ ਕੁ, ਤੇ ਇਸ ਕੰਪੋਨੈਂਟ ਦੀ ਜਿਹੜੀ ਲੈਂਥ ਕਿੰਨੀ ਹੁੰਦੀ ਹੈ u cos θ। ਤੇ ਇਸੇ ਦਾ ਵਰਟੀਕਲ ਕੰਪੋਨੈਂਟ ਵੀ ਹੁੰਦਾ ਆ। ਵਰਟੀਕਲ ਕੰਪੋਨੈਂਟ ਕੀ ਹੁੰਦਾ ਆ, ਇੱਥੋਂ ਇਸ ਤਰ੍ਹਾਂ ਇਸ ਡਾਇਰੈਕਸ਼ਨ ਚ, ਜੇ ਮੈਂ ਪੈਰਲਲੋਗ੍ਰਾਮ ਲਾਅ ਦੇ ਨਾਲ u ਨੂੰ ਤੋੜਿਆ ਦੋ ਹਿੱਸਿਆਂ ਚ, ਇਸ ਕੰਪੋਨੈਂਟ ਨੂੰ ਕੀ ਕਹਿੰਦੇ ਆ u sin θ। ਹੁਣ ਇੱਥੇ ਗੱਲ ਸਿਰਫ ਇਹ ਹੁੰਦੀ ਹੈ ਕਿ ਅਸੀਂ ਜਦੋਂ ਇਸ ਪੂਰੇ ਮੋਸ਼ਨ ਨੂੰ ਕੰਸੀਡਰ ਕਰਦੇ ਹਾਂ, ਅਸੀਂ ਦੋ ਸਟ੍ਰੇਟ ਲਾਈਨ ਮੋਸ਼ਨਸ ਦਾ ਆਪਸ ਚ ਕਹਿੰਦੇ ਕਿ ਉਹਨਾਂ ਨੂੰ ਮਿਲਾ ਕੇ ਇਹ ਪ੍ਰੋਜੈਕਟਾਈਲ ਮੋਸ਼ਨ ਬਣਿਆ। ਤੇ ਆਪਾਂ ਇਹ ਚ ਗੱਲ ਕੀਤੀ ਸੀ ਕਿ ਆਪਾਂ ਅੱਛਾ ਗਿਵਨ ਕੀ ਹੈ ਇਹਦੇ ਵਿੱਚ, ਆਪਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ, ਇੱਕ ਤਾਂ ਗਿਵਨ ਹੈ u ਦੀ ਵੈਲੋਸਿਟੀ ਆਹਾ, ਤੇ ਇੱਕ ਆਪਾਂ ਨੂੰ ਐਂਗਲ ਵਿਦ ਹੌਰੀਜ਼ੌਂਟਲ ਗਿਵਨ ਹੈ। ਤੇ ਐਂਗਲ ਵਿਦ ਹੌਰੀਜ਼ੌਂਟਲ ਕਿੰਨਾ ਹੁੰਦਾ ਹੈ θ। ਆ ਦੋ ਚੀਜ਼ਾਂ ਹੀ ਗਿਵਨ ਹੁੰਦੀਆਂ ਨੇ, ਹੋਰ ਕੁਝ ਗਿਵਨ ਨਹੀਂ ਹੁੰਦਾ। ਬਾਕੀ ਸਾਰੀਆਂ ਗੱਲਾਂ ਵੇਰੀਏਬਲਸ ਨੇ, ਬਾਕੀ ਸਭ ਬਦਲੇਗਾ ਪਰ ਆ ਨਹੀਂ ਬਦਲੇਗਾ। ਮਤਲਬ ਜੇ ਮੈਂ 30 ਡਿਗਰੀ ਤੇ 50 ਮੀਟਰ ਪ੍ਰਤੀ ਸੈਕਿੰਡ ਦੀ ਵੈਲੋਸਿਟੀ ਨਾਲ ਇੱਕ ਵਾਰ ਝਟਕੇ 'ਚ ਬਸ ਉਹਨੂੰ ਉੱਪਰ ਸਿੱਟਤਾ, ਤਾਂ ਉਸ ਤੋਂ ਬਾਅਦ ਉਹਦੀ ਵੈਲੋਸਿਟੀ ਬਦਲੇਗੀ, ਉਹਦੀ ਹਾਈਟ ਬਦਲੇਗੀ, ਉਹ ਹੌਰੀਜ਼ੌਂਟਲੀ ਅੱਗੇ ਡਿਸਟੈਂਸ ਕਹਿੰਦੇ ਟਰੈਵਲ ਕਰੇਗਾ, ਜਾਂ ਉਹ ਸਾਰੀਆਂ ਗੱਲਾਂ ਜੋ ਹੋਣਗੀਆਂ ਇੱਥੋਂ ਨਿਕਲਣ ਤੋਂ ਬਾਅਦ, ਹਨਾ, ਉਹ ਉੱਪਰ ਵੀ ਜਾਏਗਾ, ਫਿਰ ਇੱਕ ਜਗ੍ਹਾ ਉੱਪਰ ਪਹੁੰਚ ਕੇ ਫਿਰ ਨੀਚੇ ਵੀ ਆਏਗਾ, ਫਿਰ ਜਾके ਇੱਕ ਜਗ੍ਹਾ गिर जाएगा। सारा कुछ जो होएगा बदलेगा, पर u ते थीटा नहीं बदलेगा। इसलिए बहुत इंपॉर्टेंट इंफॉर्मेशन होंदियां ने, नॉन इंफॉर्मेशंस, गिवन इंफॉर्मेशन किसी भी ਉਹਦੇ ਲਈ ਪ੍ਰੋਜੈਕਟਾਈਲ ਦੇ ਪ੍ਰੋਜੈਕਟ ਕਰਨ ਤੋਂ ਬਾਅਦ। ਸੋ ਹੁਣ ਇੱਥੇ ਕੀ ਆ, ਹੁਣ ਇਹਦੇ ਮੁੱਖ ਗੱਲਾਂ ਕੀ ਨੇ, ਆਪਾਂ ਇਹਦੇ ਵਿੱਚ ਜਿਹੜਾ ਇੱਕ ਪਾਰਟਿਕੂਲਰ ਮੋਮੈਂਟ ਦੇ ਉੱਪਰ ਇਹਦਾ ਜਿਹੜਾ ਵਰਟੀਕਲ ਮੋਸ਼ਨ ਕੰਸੀਡਰ ਕੀਤਾ, ਤਾਂ ਵਰਟੀਕਲ ਮੋਸ਼ਨ ਤੋਂ ਸਾਨੂੰ ਆ ਮਿਲਿਆ ਮੈਕਸਿਮਮ ਹਾਈਟ ਰੀਚਡ ਕੈਪੀਟਲ H, ਤੇ ਸਾਨੂੰ ਇਹਦੀ ਮਿਲੀ ਆ ਹੌਰੀਜ਼ੌਂਟਲ ਮੋਸ਼ਨ ਤੋਂ ਮਿਲੀ ਆ ਇਹਦੀ ਰੇਂਜ, ਇਹਦੇ ਜਿੱਥੇ ਆ ਗਿਰਿਆ ਸੀ ਆ ਵਾਲੀ ਡਿਸਟੈਂਸ, ਤੇ ਇਸ ਨੂੰ ਰੇਂਜ ਨੂੰ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਦੇਖਦੇ ਆ, ਤੇ ਇਹ ਹੈਗੀ ਆ R। ਤੇ ਇੱਕ ਤੀਸਰੀ ਚੀਜ਼ ਜਿਹੜੀ ਨੂੰ ਮੈਂ ਇੱਥੇ ਸ਼ੋ ਨਹੀਂ ਕਰ ਰਿਹਾ, ਮੈਂ ਜਸਟ ਵੈਸੇ ਲਿਖ ਦਿੰਦਾ ਵੀ T, that is time of flight। ਟਾਈਮ ਆਫ ਫਲਾਈਟ ਨੇ ਤੁਹਾਨੂੰ ਪੂਰਾ ਸਮਾਂ ਦੱਸਿਆ ਕਿ ਜਦੋਂ ਇੱਥੋਂ ਪ੍ਰੋਜੈਕਟ ਕੀਤਾ t=0 ਟਾਈਮ ਤੇ, ਜਦੋਂ ਆ ਕੇ ਵਾਪਸ ਨੀਚੇ ਗਿਰਿਆ ਜ਼ਮੀਨ ਤੇ, ਉਹਦੇ ਚ ਕਿੰਨਾ ਟਾਈਮ ਲੱਗਿਆ। ਤੇ ਇਧਰ ਹੀ ਆਪਾਂ ਦੋ ਮੋਸ਼ਨਸ ਨੂੰ ਅਲੱਗ-ਅਲੱਗ ਕੰਸੀਡਰ ਕੀਤਾ ਸੀ। ਇੱਕ ਤਾਂ ਕੰਸੀਡਰ ਕੀਤਾ ਸੀ ਹੌਰੀਜ਼ੌਂਟਲ ਮੋਸ਼ਨ ਨੂੰ, ਹਨਾ, ਤੇ ਹੌਰੀਜ਼ੌਂਟਲ ਮੋਸ਼ਨ ਜਿਹੜਾ ਆ ਉਹ ਕਿੱਦਾਂ ਦਾ ਮੋਸ਼ਨ ਸੀ, यूनिफॉर्म मोशन, ਉਹ ਯੂਨੀਫਾਰਮ ਮੋਸ਼ਨ ਸੀ। ਤੇ ਯੂਨੀਫਾਰਮ ਮੋਸ਼ਨ ਚ ਵੈਲੋਸਿਟੀ ਹਮੇਸ਼ਾ ਕਾਂਸਟੈਂਟ ਰਹਿੰਦੀ ਆ, ਇਹਦੀ ਵੈਲੋਸਿਟੀ ਜਿਹੜੀ ਆ ਉਹ ਹਮੇਸ਼ਾ ਹੀ u cos θ ਰਹਿਣ ਵਾਲੀ ਆ, ਇਹ ਕਦੀ ਨਹੀਂ ਬਦਲਣ ਵਾਲੀ। ਤੇ ਇਹਦੇ ਚ ਜਿਹੜੀ ਇਕੁਏਸ਼ਨ ਆਫ ਮੋਸ਼ਨ ਯੂਜ਼ ਹੋਣੀ ਆ ਉਹ s = vt ਹੋਏਗੀ ਬਸ। ਪਰ ਜਿਹੜਾ ਤੁਹਾਡਾ ਵਰਟੀਕਲ ਮੋਸ਼ਨ ਸੀ, ਵਰਟੀਕਲ ਮੋਸ਼ਨ ਦੇ ਵਿੱਚ ਕੀ ਸੀ, यूनिफॉर्मली एक्सेलरेटेड ਉੱਪਰ मोशन, ਨੂੰ ਜਾਣਾ, ਹਾਂ, ਇਹ ਯੂਨੀਫਾਰਮਲੀ ਐਕਸੈਲਰੇਟਿਡ ਮੋਸ਼ਨ ਸੀ। ਤੇ ਯੂਨੀਫਾਰਮਲੀ ਐਕਸੈਲਰੇਟਿਡ ਮੋਸ਼ਨ ਦੇ ਵਿੱਚ ਸਾਰੀਆਂ ਇਕੁਏਸ਼ਨਸ ਆਫ ਕਾਈਨੈਮੈਟਿਕਸ ਯੂਜ਼ ਹੋਣਗੀਆਂ ਜਿਹੜੇ ਆਪਾਂ ਡਿਵੈਲਪ ਕੀਤੀ ਹੈ। ਆ ਵੀ ਕਾਈਨੈਮੈਟਿਕਸ ਹੀ ਹੈ, ਤਾਂ ਪਾਸੇ ਹੈ ਕਿ ਉਹ ਯੂਨੀਫਾਰਮ ਮੋਸ਼ਨ ਦੀ ਹੈ। ਇੱਥੇ s = ut + ½ at² and all that, v = u + at and v² - u² = 2as। ਸੋ ਇੱਥੇ ਕੀ ਹੈ, ਇੱਥੇ ਇਹਦੀ ਵੈਲੋਸਿਟੀ ਬਦਲੇਗੀ, ਪਰ ਇਹਦੀ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੈ u sin θ, ਉਹ ਹਮੇਸ਼ਾ ਲਵਾਂਗੇ। ਫਾਈਨਲ ਵੈਲੋਸਿਟੀ ਦਾ ਸਾਨੂੰ ਨਹੀਂ ਪਤਾ, ਉਹ ਡਿਪੈਂਡ ਕਰਦਾ ਹੈ ਹਰ ਟਾਈਮ ਤੇ ਵੱਖਰੀ ਹੋਏਗੀ। ਤੇ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਥੇ ਕਿਸੇ ਵੀ ਪਾਰਟਿਕੂਲਰ ਟਾਈਮ ਦੇ ਉੱਪਰ ਜੇ ਮੈਂ ਗੱਲ ਕਰਾਂ, ਇਹਦੀ ਜੋ ਵਰਟੀਕਲ ਵੈਲੋਸਿਟੀ ਹੈ ਉੱਪਰ ਜਾਂਦੇ ਹੋਏ ਉਹ ਘਟਦੀ ਜਾਏਗੀ। ਜਿਵੇਂ ਕਿ ਵਰਟੀਕਲ ਵੈਲੋਸਿਟੀ ਇਸ ਮੋਮੈਂਟ ਤੇ ਮੰਨ ਲਓ ਇੰਨੀ ਰਹਿ ਜਾਏਗੀ, ਘਟ ਗਈ, ਪਰ ਜਿਹੜੀ ਇਹਦੀ ਹੌਰੀਜ਼ੌਂਟਲ ਵੈਲੋਸਿਟੀ ਹੈ ਉਹਨੂੰ ਕੁਝ ਨਹੀਂ ਹੋਣਾ। ਸੋ ਹੌਰੀਜ਼ੌਂਟਲ ਵੈਲੋਸਿਟੀ ਉਨੀ ਹੀ ਰਹੇਗੀ ਜਿੰਨੀ ਪਹਿਲਾਂ ਸੀ। ਦੇਖੋ ਮੈਂ ਉਹਦੀ ਲੈਂਥ ਵੀ ਉਨੀ ਬਣਾ ਰਿਹਾ।
ਤੇ ਇਹਨਾਂ ਦੋਨਾਂ ਦਾ ਜਿਹੜਾ ਜੇ ਮੈਂ ਲਵਾਂ ਫਾਈਨਲ ਵੈਲੋਸਿਟੀ ਤਾਂ ਉਹ ਬੇਸਿਕਲੀ ਹੁਣ ਇਹਨੂੰ ਜੇ ਇਹਨਾਂ ਦੋਨੋਂ ਨੂੰ ਜੋੜੋਗੇ, ਜੋੜ ਕੇ ਆਪਾਂ ਨਿਕਲੇਗੀ ਨੈਟ ਵੈਲੋਸਿਟੀ, ਉਹ ਆ ਵੈਲੋਸਿਟੀ ਹੋਏਗੀ। ਆਬਵੀਅਸਲੀ ਉਹ ਵੈਲੋਸਿਟੀ ਜਿਹੜੀ ਹੈ ਜਿਹੜੀ ਆਹ ਵਾਲੀ ਵੈਲੋਸਿਟੀ ਹੈ ਇਹ 'ਚ ਫਰਕ ਆਏਗਾ। ਇਹ ਵੈਲੋਸਿਟੀ ਇਹ ਯੂ ਦੇ ਬਰਾਬਰ ਨਹੀਂ ਹੋਏਗੀ, ਇਹ ਬਲਕਿ ਇਹ 'ਚ ਫਰਕ ਆਏਗਾ। ਜਾਂਦੇ ਜਾਂਦੇ ਉੱਪਰ ਜਦੋਂ ਆਹ ਮੂਮੈਂਟ ਤੇ ਪਹੁੰਚੋਗੇ, ਇੱਥੇ ਬਹੁਤ ਦੇਖੋ ਮੈਂ ਬਹੁਤ ਧਿਆਨ ਨਾਲ ਸਮਝਾ ਰਿਹਾ ਕਿ ਦਿਮਾਗ 'ਚ ਪਿਕਚਰ ਬਣਾਓ ਇਸ ਚੀਜ਼ ਦੀ ਕਿ ਇੱਥੇ ਵੈਲੋਸਿਟੀ ਹੋਰ ਘਟ ਜਾਏਗੀ, ਇੰਨੀ ਕੁ ਰਹਿ ਜਾਏਗੀ वर्टिकल वाली, इन्नी ते हॉरिजॉन्टल वाली कितनी रहेगी? सेम, वो उन्नी रहेगी जितनी पहले सी, क्योंकि हॉरिजॉन्टल मोशन है वो उस तरह चलता है। सो हॉरिजॉन्टल वाला मामला ही लग चल रहा है। तो जो इन्हां दा आपां करांगे तां इन्हां दा रिजल्टेंट कुछ होर आ जाएगा। ते जो पार्टिकल इत्थे पहुंचेगा टॉप ते तां हाँ जी बलजीत सिंह, बलजीत सिंह सुन रहे मेरी गल? आवाज नहीं आ रही मेरी? आ रही है सर। दसो फिर इत्थे टॉप ते आके वर्टिकल वेलोसिटी कितनी हो जाएगी? इस जगह पे सर मैं बोलिया था वैभव। हाँ जी अच्छा वैभव बोले सी। यस दस दे फिर। सर वर्टिकल वेलोसिटी से जीरो हो जाएगी क्योंकि बिल्कुल टॉप पोजीशन है। हुण उन्हें होर इसीलिए तो होर ऊपर जा नहीं रही हो। यस ਤੇ ਇਸ ਸਵਾਲ ਨੂੰ ਤੁਸੀਂ ਵਰਟੀਕਲ ਮੋਸ਼ਨ ਦੇ ਤਰ੍ਹਾਂ ਮੈਥਮੈਟਿਕਲੀ ਹੱਲ ਕਰ ਪਾਉਂਦੇ ਹੋ ਦੀ ਹਾਈਟ ਨੂੰ ਹਮੇਸ਼ਾ, ਬਿਕੋਜ਼ ਤੁਸੀਂ ਐ ਕਰਕੇ ਚੱਲਦੇ ਹੋ ਇੱਥੋਂ ਪਾਰਟੀਕਲ ਦੀ ਮੋਸ਼ਨ ਹੋਇਆ, ਮੰਨ ਲਓ ਵੈਲੋਸਿਟੀ ਜ਼ਿਆਦਾ ਸੀ, ਫਿਰ ਘਟਦੀ ਗਈ ਜ਼ੀਰੋ ਹੋ ਗਈ। ਸੋ ਇੱਥੇ ਆ ਹਾਈਟ ਤੇ ਪਹੁੰਚ ਗਈ, ਇਸ ਜਗ੍ਹਾ ਤੇ ਜ਼ੀਰੋ ਹੋ ਗਈ। ਉਸ ਤੋਂ ਬਾਅਦ ਫਿਰ ਉੱਤੋਂ ਨੀਚੇ ਆਏਗੀ, ਹੈ ਨਾ। ਸੋ ਬੇਸਿਕਲੀ ਆ ਜਿਹੜਾ ਮੋਸ਼ਨ ਹੈ ਇਹ ਬਿਲਕੁਲ ਵਰਟੀਕਲ ਮੋਸ਼ਨ ਆ ਜਿਹੜਾ ਆ ਇਹ ਇਸ ਤਰ੍ਹਾਂ ਕੰਸੀਡਰ ਕੀਤਾ ਜਾ ਸਕਦਾ ਹੈ। ਤੇ ਹੌਰੀਜ਼ੌਂਟਲ ਵਾਲਾ ਜਿਹੜਾ ਹੈ ਕਿਉਂਕਿ ਪਾਰਟੀਕਲ ਦਾ ਸਿਰਫ ਆਪਾਂ ਹੌਰੀਜ਼ੌਂਟਲ ਮੋਸ਼ਨ ਕੰਸੀਡਰ ਕਰਦੇ ਹਾਂ ਤਾਂ ਇਸ ਤਰ੍ਹਾਂ ਕੰਸੀਡਰ ਕੀਤਾ ਜਾ ਸਕਦਾ ਹੈ। ਐਂਡ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕਿ ਅਗਰ ਇਹ ਨੀਚੇ ਨੂੰ ਆਉਣ ਲੱਗ ਜਾਏਗਾ, ਦੂਜੇ ਸਿਰੇ ਤੇ ਬਸ ਇੱਕ ਜਗ੍ਹਾ ਵੈਲੋਸਿਟੀ ਦਿਖਾ ਦੇਣਾ ਤੁਹਾਨੂੰ ਮੈਂ, ਤਾਂ ਇਸ ਜਗ੍ਹਾ ਤੇ ਹੌਰੀਜ਼ੌਂਟਲ ਵੈਲੋਸਿਟੀ ਫੇਰ ਉਹੀ ਰਹੇਗੀ, ਉਹਨੂੰ ਕੋਈ ਫਰਕ ਨਹੀਂ ਪਏਗਾ। ਦੈਟ ਇਜ਼ ਅਗੇਨ ਯੂ ਕਾਲ। ਦੇਖੋ ਆ ਔਰੇਂਜ ਵਾਲਾ ਵੈਕਟਰ ਛੋਟਾ ਨਹੀਂ ਹੋਇਆ ਕਦੀ ਵੀ। ਤੇ ਵਰਟੀਕਲ ਵੈਲੋਸਿਟੀ ਕਿੱਧਰ ਹੋਏਗੀ ਹੁਣ? नीचे ਨੂੰ ਹੋ ਜਾਏਗੀ। ਤੇ ਲਗਭਗ ਜੇ ਸੇਮ ਹਾਈਟ ਤੇ ਲਵਾਂਗੇ ਨਾ ਤਾਂ ਜਿੰਨੀ ਇੱਧਰ ਉੱਪਰ ਨੂੰ ਹੋਏਗੀ ਉਨੀ ਇੱਧਰ ਨੀਚੇ ਨੂੰ ਹੋਏਗੀ। ਸੇਮ ਹਾਈਟ ਤੇ ਗੱਲ ਕਰੀਏ ਇੱਧਰ ਪਾਸੇ ਤੇ ਉੱਧਰ ਪਾਸੇ, ਚਲੋ ਆਪਣੇ ਲਈ ਉਹ ਮੈਟਰ ਨਹੀਂ ਕਰਦੀ ਹੋਣੀ ਗੱਲ। ਆਪਾਂ ਇਹਨੂੰ ਸਮ ਅਪ ਕਰੀਏ ਗੱਲ ਨੂੰ, ਤੇ ਇਹਦੀ ਜਿਹੜੀ ਫਾਈਨਲ ਵੈਲੋਸਿਟੀ ਹੈ ਉਹ ਆ ਹੋਈ। ਤੇ ਤੁਹਾਨੂੰ ਦਿਖ ਹੀ ਰਿਹਾ ਟੈਂਜੈਂਟ ਤੇ ਆਉਂਦੀ ਉਹਦੀ ਵੈਲੋਸਿਟੀ ਹਮੇਸ਼ਾ ਫਾਈਨਲ। ਫਿਰ ਆਹ ਮੋਮੈਂਟ ਤੇ ਜੋ ਨੀਚੇ ਗਿਰ ਜਾਏਗੀ ਤਾਂ ਆਪਾਂ ਦੇਖਾਂਗੇ ਉਹਦੀ ਵੈਲੋਸਿਟੀ ਕਿੰਨੀ ਹੋਏਗੀ। ਇਹ ਮੈਂ ਹੁਣੀ ਕੰਸੀਡਰ ਕਰਦਾ ਵਾਂ। ਹੁਣ ਮੇਰਾ ਸਵਾਲ ਕੀ ਹੈ? ਮੇਰਾ ਸਵਾਲ ਇਹ ਹੈ ਕਿ ਇਸ ਤੋਂ ਪਹਿਲਾਂ ਜੋ ਕੁਝ ਤੁਹਾਨੂੰ ਮੈਂ ਪੜਾਇਆ ਸਿਰਫ ਇੱਕ ਖਾਸ ਮੂਮੈਂਟ ਲਈ ਪੜਾਇਆ ਕਿ ਬਸ ਜਦੋਂ ਹਾਈਟ ਰੀਚਡ ਹੋਏਗੀ ਮੈਕਸਿਮਮ ਹਾਈਟ ਕਿੰਨੀ ਹੋਏਗੀ, ਮੈਕਸਿਮਮ ਰੇਂਜ ਜਾਂ ਰੇਂਜ ਕਿੰਨੀ ਹੋਏਗੀ, ਤੇ ਕਿੰਨੇ ਸਮੇਂ ਤੱਕ ਉਹ ਹਵਾ 'ਚ ਰਹੇਗੀ। ਪਰ ਮੈਂ ਉਹਦੀ ਆਹ ਵਾਲੀਆਂ ਜਾਣਕਾਰੀਆਂ ਜਿਹੜੀਆਂ ਵਿੱਚ ਹੈਗੀਆਂ ਨੇ, ਆਹ ਵਾਲੀ ਜਾਣਕਾਰੀ ਜਾਂ ਇਸ ਮੂਮੈਂਟ ਤੇ ਜਾਣਕਾਰੀ ਜਾਂ ਇਸ ਮੂਮੈਂਟ ਤੇ ਜਾਣਕਾਰੀ, ਹਰ ਮੂਮੈਂਟ ਦੀ ਜਾਣਕਾਰੀ ਨਹੀਂ ਦੇ ਪਾਇਆ ਤੁਹਾਨੂੰ। ਜੋ ਇਸ ਤੋਂ ਪਹਿਲਾਂ ਆਪਾਂ ਜੋ ਕੀਤਾ ਉਹ 'ਚ ਹਰ ਮੂਮੈਂਟ ਦੀ ਇਨਫੋਰਮੇਸ਼ਨ ਨਹੀਂ ਹੈਗੀ। ਉਹਦੇ ਵਿੱਚ ਹੈਗੀ ਹੈ ਕਿ ਚਲੋ ਵੀ ਸਭ ਤੋਂ ਜ਼ਿਆਦਾ ਉੱਪਰ ਹਾਈਟ ਤੇ ਕਦੋਂ ਜਾਊਗਾ, ਕਿੰਨੇ ਟਾਈਮ 'ਚ ਨੀਚੇ ਗਿਰੂਗਾ, ਕਿੰਨੀ ਦੂਰ ਜਾ ਕੇ ਗਿਰੂਗਾ। ਪਰ ਆਪਾਂ ਇਹਦੇ ਵਿਚਕਾਰ ਵਾਲੀਆਂ ਜਿਹੜੀ ਜਾਣਕਾਰੀ ਨੂੰ ਜ਼ਿਆਦਾ ਜ਼ਰੂਰੀ ਨੇ ਆਪਣੇ ਲਈ, ਕਿਸੇ ਪਾਰਟੀਕੂਲਰ ਟਾਈਮ ਟੀ ਤੇ ਕਿੱਥੇ ਹੋਏਗਾ। ਸੋ ਉਹਦੇ ਲਈ ਆਪਣੇ ਕੋਲ ਜਦੋਂ ਆਪਾਂ ਕੰਮ ਕਰਦੇ ਹਾਂ ਇੱਥੇ ਹੀ ਆਪਾਂ ਕਰਦੇ ਹਾਂ ਉਹਦੇ ਵਿੱਚ ਲਾਈਕ ਜਿਹਨੂੰ ਕਹਿੰਦੇ ਆਪਾਂ ਇਕੁਏਸ਼ਨ ਆਫ ਟ੍ਰੈਜੈਕਟਰੀ ਕੈਲਕੂਲੇਟ ਕਰਨਾ ਤੇ ਵੈਲੋਸਿਟੀ ਐਟ ਐਨੀ ਟਾਈਮ ਟੀ ਕੈਲਕੂਲੇਟ ਕਰਨਾ ਹੋਵੇ। ਜੇ ਟੋਟਲ ਵੈਲੋਸਿਟੀ ਐਟ ਐਨੀ ਟਾਈਮ ਟੀ ਕੈਲਕੂਲੇਟ ਕਰਨੀ ਹੋਵੇ ਤਾਂ ਕਿਵੇਂ ਕੰਮ ਕਰਦੇ ਆ। ਉਹਦੇ ਲਈ ਮੈਂ ਇੱਥੇ ਹੀ ਇਸੇ ਪੇਜ ਤੇ ਹੀ ਕਰਦਾ ਕੰਮ, ਕਿਉਂਕਿ ਆਪਾਂ ਨੂੰ ਇਸ ਡਾਇਗਰਾਮ ਨੂੰ ਨਾਲ ਨਾਲ ਦੇਖਣ ਦੀ ਲੋੜ ਪਏਗੀ। ਹੁਣ ਸਾਰੀਆਂ ਗੱਲਾਂ ਰਿਮਾਈਂਡ ਜੋ ਕਰਵਾਉਣੀਆਂ ਸੀ ਮੈਂ ਕਰਵਾ ਚੁੱਕਾ, ਤੁਹਾਨੂੰ ਆਰਾਮ ਨਾਲ ਹੁਣ ਸਮਝ ਆਏਗੀ ਗੱਲ। ਤੇ ਜਿਹੜੇ ਆਪਾਂ ਨੂੰ ਰਿਲੇਸ਼ਨ ਦੀ ਕੋਈ ਲੋੜ ਪਈ ਤਾਂ ਉਹ ਆਪਣੇ ਕੋਲ ਲਿਖੇ ਹੋਏ ਨੇ, ਤੁਹਾਨੂੰ ਪਤਾ ਹੀ ਹੈ।
ਇੱਥੇ ਪਏ ਨੇ ਸਾਰੇ, ਠੀਕ ਹੈ, ਇਹਦੀ ਲੋੜ ਵੀ ਤਾਂ ਦੇਖਾਂਗੇ। ਸੋ ਇੱਥੇ ਕੀ ਆ, ਆਪਾਂ ਸਭ ਤੋਂ ਪਹਿਲਾਂ ਤਾਂ ਪਤਾ ਕਰੀਏ ਇਕੁਏਸ਼ਨ ਆਫ ਅ ਟ੍ਰੈਜੈਕਟਰੀ। equation of a trajectory, equation of trajectory of projectile। equation of trajectory ਕੀ ਹੁੰਦੀ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਉਦੋਂ ਮੈਂ ਸਮਝਾਇਆ ਸੀ ਕਿ ਕਿਸੇ ਵੀ xyz ਐਕਸਿਸ ਦੇ ਵਿੱਚ ਹਨਾ, ਇਹਨੂੰ x ਕਹਿੰਦੇ ਇਹਨੂੰ y ਕਹਿੰਦੇ ਡਿਸਟੈਂਸ ਨੂੰ, ਤਾਂ ਕਿਸੇ ਪਾਰਟਿਕੂਲਰ ਪੁਆਇੰਟ ਤੇ ਜੋ ਵੀ x, y ਹੁੰਦਾ ਹੈ ਨਾ ਉਹਦਾ ਕੋਆਰਡੀਨੇਟ, xy ਦਾ ਆਪਸ ਚ ਜੋ ਰਿਲੇਸ਼ਨ ਹੁੰਦਾ ਹੈ ਉਹੀ ਤਾਂ ਸਾਨੂੰ ਦੱਸਦਾ ਕਿ ਉਹ ਪਾਥ ਕਿੱਦਾਂ ਦਾ ਬਣੇਗਾ ਗ੍ਰਾਫ ਦਾ। ਜਿਵੇਂ ਪੈਰਾਬੋਲਾ ਬਣੇ y² 4ax ਜਾਂ y² -4ax ਸਮਝਾਇਆ ਸੀ ਤੁਹਾਨੂੰ, ਜਾਂ ਫਿਰ x² + y² 4 ਇਹ ਸਰਕਲ ਬਣ ਜਾਂਦਾ ਹੈ, ਜਾਂ ਫਿਰ 2x + 3y = 7 ਲਾਈਨ ਬਣ ਜਾਂਦੀ ਹੈ। ਇੱਥੇ ਦੇਖ ਕੇ ਪਤਾ ਲੱਗਦਾ ਨਾ ਕਿ ਕਿਸ ਤਰ੍ਹਾਂ ਦਾ ਪਾਥ ਹੈ ਉਹ ਗ੍ਰਾਫ ਬਣ ਰਿਹਾ। ਸੋ ਇੱਥੇ ਵੀ ਪੋਜੀਸ਼ਨ ਨੂੰ ਆਪਾਂ ਇਸ ਤਰ੍ਹਾਂ ਹੀ ਕੰਸੀਡਰ ਕਰਕੇ ਚੱਲਾਂਗੇ। ਇਕੁਏਸ਼ਨ ਆਫ ਟ੍ਰੈਜੈਕਟਰੀ ਪਹਿਲੀ ਗੱਲ ਤਾਂ ਆਪਾਂ ਮੰਨ ਲਈਏ ਆਹ ਪੁਆਇੰਟ ਨੂੰ ਆਪਾਂ A ਮੰਨਿਆ ਸੀ, ਤੁਹਾਨੂੰ A ਰਹਿਣ ਦਿੰਦੇ ਆ, ਇਹਨੂੰ B ਰਹਿਣ ਦਿੰਦੇ ਆ। ਸੋ ਮੰਨ ਲੈਂਦੇ ਕਿ ਇੱਥੋਂ ਹੀ origin ਤੋਂ ਮੋਸ਼ਨ ਸਟਾਰਟ ਹੋ ਰਿਹਾ ਵਾ, ਇੱਥੋਂ ਹੀ। ਆਹੀ ਜਿਹੜੀ x ਐਕਸਿਸ, ਆਹ ਜਿਹੜੀ ਐਕਸਿਸ ਹੈਗੀ ਆਹੀ x ਐਕਸਿਸ ਆ, ਤੇ ਆਹ ਜਿਹੜੀ ਵਰਟੀਕਲ ਵਾਲੇ ਪਾਸੇ ਆਪਾਂ ਬਣਾਈ ਸੀ, ਮੈਂ ਇਹਨੂੰ ਯੈਲੋ ਕਲਰ ਨਾਲ ਸ਼ੋ ਕਰ ਦਿੰਦਾ ਸੋ ਦੈਟ ਇਟ ਮਿਕਸ ਨਾ ਹੋਵੇ। ਆਹੀ y ਐਕਸਿਸ ਆ, y ਤੇ ਨੀਚੇ y ਡੈਸ਼, obviously x ਹੈਗੀ ਤਾਂ ਇੱਧਰ ਵੀ x ਡੈਸ਼ ਬਲਾ ਹੋਏਗੀ, ਪਰ ਆਪਾਂ ਉਹਦੀ ਲੋਡ ਨਹੀਂ ਪੈਣੀ, ਆਪਾਂ ਲਿਖੀ ਲਿਖਿਆ ਨਹੀਂ, ਆ ਇੱਧਰ ਨੂੰ ਵੀ x ਡੈਸ਼ ਨਾਲ, ਠੀਕ ਹੈ। ਸੋ ਰੀਜਨ ਤੋਂ ਸਭ ਕੁਝ ਪਹਿਲਾਂ ਤੱਕ ਕਰਕੇ ਚੱਲੀਏ, ਕਿਸੇ ਪਾਰਟਿਕੂਲਰ ਟਾਈਮ ਤੇ ਆਪਾਂ ਮੰਨ ਕੇ ਚੱਲੀਏ, ਪਹਿਲੀ ਗੱਲ ਤਾਂ ਆਪਾਂ let when the projectile is fired at t is equal to 0 है ना, t को 0 टाइम पे आप मान लो तो फायर किया from origin O, that is x equal to 0 y is equal to 0 as shown in diagram। बहुत ज्यादा डिस्क्रिप्शन की लोड़ नहीं पैंदी, जो डायग्राम बहुत नीट एंड बहुत क्लीन बनाया ਹੁੰਦਾ है ऊपर ਤਾਂ नीचे ਇੰਨੀ की जानकारी ਦੇ ਕੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਡਾਇਗਰਾਮ ਵੀ ਨਹੀਂ ਬਣਾਉਂਦੇ, ਕੁਝ ਲਿਖਦੇ ਵੀ ਨਹੀਂ ਚੱਜ ਨਾਲ, ਫਿਰ ਤੋਂ ਕਹਿੰਦੇ ਹੋ ਸਬਜੈਕਟਿਵ ਚ ਇਹ ਨੰਬਰ ਕੱਟੇਗੀ। ਸੋ ਹਾਂ, ਆਪਾਂ ਕੀ ਕਰਦੇ ਹਾਂ, ਆਪਾਂ ਕਿਸੇ ਵੀ ਟਾਈਮ t ਤੇ ਜਾਣਕਾਰੀ ਪਤਾ ਕਰਨੀ, ਉਹਦੇ ਲਈ ਆਪਾਂ ਇਕੁਏਸ਼ਨ ਆਫ ਟ੍ਰੈਜੈਕਟਰੀ ਦੇਖ ਰਹੇ ਹਾਂ ਨਾ। ਸੋ ਆਪਾਂ ਮੰਨ ਲੈਂਦੇ ਆ ਕਿ ਲੈਟ ਪਾਰਟੀਕਲ ਜਾਂ ਪ੍ਰੋਜੈਕਟਾਈਲ, ਸੌਰੀ projectile is at position x, y with respect to origin या point of projection at time t या after t seconds। ਤੇ ਇਸ ਨੂੰ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿ ਆਫਟਰ t ਸੈਕਿੰਡ ਮੰਨ ਲਓ ਇੱਥੇ ਪਹੁੰਚ ਗਿਆ, ਜਸਟ ਮੈਂ ਰਫਲੀ ਇੱਕ ਜਗ੍ਹਾ ਲੈ ਲਈ, ਉਸ ਜਗ੍ਹਾ ਦਾ ਪੋਜੀਸ਼ਨ ਹੈਗੀ ਹੈ x, y, ਇਹ ਹੈਗੀ ਹੈ ਐਟ ਟਾਈਮ t। ਮੈਂ ਇੱਥੇ ਉੱਪਰ ਹੀ ਲਿਖ ਦੇਣਾ ਚਾਹੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਟਾਈਮ ਐਕਸਿਸ ਤਾਂ ਮੈਂ ਬਣਾ ਨਹੀਂ ਰਿਹਾ ਨਾ, ਇੱਥੇ ਟਾਈਮ ਤਾਂ ਆਪਣਾ ਇੰਡੀਪੈਂਡੈਂਟਲੀ ਚੱਲ ਰਿਹਾ, ਆਪਣੀ ਸਟਾਪ ਵਾਚ ਤੇ ਹੈ, ਟਾਈਮ ਐਕਸਿਸ ਨਹੀਂ ਹੈਗੀ ਇੱਥੇ, ਇੱਥੇ ਸਿਰਫ ਤੇ ਸਿਰਫ x ਤੇ y ਹੈ। ਤਾਂ ਇੱਥੇ ਦੇਖਿਆ ਜਾਵੇ ਤਾਂ x ਜਿਹੜਾ ਆ, ਇੱਥੇ x ਕੀ ਹੋਏਗਾ, x ਹੋਏਗਾ ਇੰਨਾ ਡਿਸਟੈਂਸ, ਦੇਖੋ ਧਿਆਨ ਨਾਲ, ਜਿਵੇਂ ਇੱਥੋਂ ਇਹਨੂੰ ਜੇ ਇੱਥੇ ਮੈਂ ਡ੍ਰੌਪ ਕਰਕੇ ਇਹਦੇ ਉੱਪਰ ਸੋਚਾਂ ਤੇ ਇੱਥੋਂ ਇਹਨੂੰ ਮੈਂ ਇਸ ਤਰ੍ਹਾਂ ਅਟੈਚ ਕਰਾਂ ਤਾਂ ਆਹ ਡਿਸਟੈਂਸ ਹੋਏਗਾ x ਤੇ ਆਹ ਡਿਸਟੈਂਸ ਹੋਏਗਾ y, isn't it? तो इस मोमेंट ते जे ਉਹਦੀ ਪੋਜੀਸ਼ਨ ਨੂੰ x ਤੇ y ਕਹਿ ਰਿਹਾ ਮੈਂ ਕਿਸੇ ਟਾਈਮ t ਤੇ, ਤਾਂ ਇਸ ਦਾ ਮਤਲਬ ਹੈ ਕਿ ਇਹਨੇ ਹੌਰੀਜ਼ੌਂਟਲ ਡਿਸਟੈਂਸ ਕਿੰਨਾ ਕਵਰ ਕੀਤਾ ਇਤਨੇ ਟਾਈਮ 'ਚ, x, ਤੇ ਵਰਟੀਕਲ ਡਿਸਟੈਂਸ ਕਿੰਨਾ ਕਵਰ ਕੀਤਾ, y। ठीक है ना। सो देयरफॉर इन टाइम t
the horizontal distance covered is x and vertical distance covered is y. So using appropriate या जो भी कह सकते हो वर्ड appropriate using suitable कह दो ज्यादा बढ़िया। अंग्रेजी च मेरा हथ भी कोई बहुत ਵਧੀਆ नहीं हैगा पर ਆਪਾਂ ਨੂੰ ਇਹ ਪਤਾ ਵੀ ਆਪਾਂ ਐਗਜ਼ਾਮੀਨਰ ਨੂੰ ਫਿਰ ਵੀ ਸਹੀ ਸ਼ਬਦ ਦੇ ਦਈਏ। using suitable equation of motion ਤਾਂ ਤੁਸੀਂ using suitable ਇਹਨੂੰ ਇੱਥੇ ਮੈਂ ਸ਼ੋ ਕਰ ਦਿੰਦਾ along horizontal ਦੱਸੋ distance traveled ਕਿੰਨਾ ਆ x time ਕਿੰਨਾ ਲੱਗਿਆ ਆ T velocity ਕਿੰਨੀ ਹੈ U cos theta ਸੋ ਇਹੀ ਤਾਂ ਚੀਜ਼ਾਂ ਹੈਗੀਆਂ ਇਹਨਾਂ ਚ ਰਿਲੇਸ਼ਨ ਕੀ ਆ therefore s is equal to v into t cos है ना। सो आपकी इक्वेशन आ गई x दी किसी भी टाइम t दे ऊपर है ना। नाउ यू कैन पुट द टाइम एंड यू कैन गेट द डिस्टेंस x फॉर डिफरेंट टाइम यू विल बी एट डिफरेंट हॉरिजॉन्टल पोजीशन। ਹੁਣ ਬਚੇਗਾ ਹੌਰੀਜ਼ੌਨਟਲ ਪੋਜੀਸ਼ਨ ਮਤਲਬ ਕਿ ਜੇ t ਟਾਈਮ ਬਾਅਦ ਮੰਨ ਲਓ t ਦੀ ਜਗ੍ਹਾ t2 ਟਾਈਮ ਬਾਅਦ ਇੱਥੇ ਹੋਏਗਾ ਤਾਂ ਮੈਨੂੰ ਇੱਥੋਂ ਮੈਂ ਪ੍ਰੋਜੈਕਟ ਕਰਕੇ ਆਹ ਡਿਸਟੈਂਸ ਮਿਲ ਜਾਏਗਾ ਇੱਥੋਂ ਲੈ ਕੇ ਇੱਥੇ ਤੱਕ है ना। आई एम जस्ट टॉकिंग अबाउट द हॉरिजॉन्टल एंड along vertical देखो along vertical ਤੇ along horizontal अलग अलग करके काफी कम सौखा है। along vertical distance traveled ਜਿਹੜਾ ਹੈ ਕਿੰਨਾ ਹੋਏਗਾ y time taken ਹੋਏਗਾ t initial velocity ਇਹਨੂੰ u ਨਾ ਲਿਖੋ ਕਿਉਂਕਿ u ਆਪਾਂ ਯੂਜ਼ ਕਰ ਚੁੱਕੇ ਹਾਂ ਇੱਥੇ ਆਹੀ ਗੱਲਾਂ ਤੁਸੀਂ ਗਲਤੀਆਂ ਬਹੁਤ ਕਰਦੇ ਹੋ। ਤੁਸੀਂ ਕੀ ਆ ਇੱਕ ਹੀ ਸਿੰਬਲ ਨੂੰ ਦੋ ਚੀਜ਼ਾਂ ਲਈ ਯੂਜ਼ ਕਰਦੇ ਇਹਨੂੰ ਪੂਰਾ ਹੀ ਲਿਖ ਦਿਓ initial velocity ਨਾ ਕਾਹਨੂੰ ਆਪਾਂ ਪੰਗਾ ਲੈਣਾ ਸਿੰਬਲ ਲਾਉਣ ਦੀ ਲੋੜ ਹੀ ਨਹੀਂ। initial velocity ਕੀ ਹੋਏਗੀ u sin theta ਇਕੱਲਾ ਮੈਗਨੀਟਿਊਡ ਲਿਖ ਰਿਹਾ ਮੈਂ ਇਕੱਲਾ ਮੈਗਨੀਟਿਊਡ ਤੇ u ਵੈਕਟਰ ਨਹੀਂ ਪਾ ਰਿਹਾ ਨਾਲ ਲੈਂਥ ਹੀ ਲੈਣੇ ਆ ਬਸ ਤੇ ਫਾਈਨਲ ਵੈਲੋਸਿਟੀ ਫਾਈਨਲ ਤਾਂ ਪਤਾ ਹੀ ਨਹੀਂ ਇੱਥੇ ਕਿਉਂਕਿ ਟੀ ਟਾਈਮ ਤੇ ਹੈ ਨਾ ਫਾਈਨਲ ਵੈਲੋਸਿਟੀ ਆਈ ਡੋਨਟ ਨੋ। ਸੋ ਇੱਥੇ ਕੀ ਪਤਾ ਮੈਨੂੰ ਹੋਰ ਐਕਸਲਰੇਸ਼ਨ ਦੀ ਵੈਲਿਊ ਨੂੰ ਇੱਥੇ ਮੈਂ -g ਲਵਾਂਗਾ। ਵੈਸੇ ਤਾਂ ਆਪਾਂ ਨੂਮੈਰੀਕਲ 'ਚ ਆਪਾਂ ਪੰਗਾ ਨਹੀਂ ਲੈਂਦੇ -9.8 ਪੁੱਟ ਕਰ ਦਿੰਦੇ ਇੱਥੇ ਆਪਾਂ ਕਿਉਂਕਿ ਆਪਾਂ ਜਸਟ ਦਾ ਇਕੁਏਸ਼ਨ ਦੇ ਵਿੱਚ g ਦੀ ਸਿਰਫ ਵੈਲਿਊ ਲੈ ਕੇ ਚੱਲਾਂਗੇ 9.8 ਤੇ ਅੱਗੇ ਆਪਾਂ ਮਾਈਨਸ ਸਾਈਨ ਲਗਾ ਰਹੇ ਹਾਂ ਕਿਉਂਕਿ ਬਸ ਆਪਾਂ ਇੱਥੇ ਆਰਟੀਕਲ ਕਰ ਰਹੇ ਹਾਂ ਨਾਟ ਨੂਮੈਰੀਕਲ। ਸੋ ਇਹ ਗੱਲ ਦਾ ਧਿਆਨ ਰੱਖੋ। ਸੋ ਇੱਥੇ y ਕੀ ਆਏਗਾ ਫਿਰ ਡਿਸਟੈਂਸ y is equal to u sin theta t minus half a t square. This is the equation number 2 and trajectory ਜੋ ਹੁੰਦੀ ਹੈ ਉਹ x ਤੇ y ਦਾ ਆਪਸੀ ਰਿਲੇਸ਼ਨ ਹੁੰਦੀ ਹੈ ਨਾ। ਪਰ ਇੱਥੇ ਸਾਨੂੰ ਦੇਖੋ ਪੈਰਾਮੀਟ੍ਰਿਕ ਫਾਰਮ ਮਿਲ ਗਿਆ ਹੈ। ਮੈਂ ਤੁਹਾਨੂੰ ਬਹੁਤ ਪਹਿਲਾਂ ਵੀ ਪੈਰਾਮੀਟ੍ਰਿਕ ਫਾਰਮ ਉਦੋਂ ਦੱਸ ਰਿਹਾ ਸੀ ਨਾ ਪੈਰਾਮੀਟ੍ਰਿਕ ਫਾਰਮ ਕੀ ਹੁੰਦਾ ਜਦੋਂ x ਤੇ y ਦੋਨੋਂ ਕਿਸੇ ਇੱਕ ਪੈਰਾਮੀਟਰ 'ਚ ਗਿਵਨ ਹੋਣ। ਇੱਥੇ ਕਿਹੜੇ ਪੈਰਾਮੀਟਰ 'ਚ ਗਿਵਨ ਨੇ x ਤੇ y t ਦੇ ਵਿੱਚ ਗਿਵਨ ਨੇ ਯੈਸ। ਇਹਦਾ ਮਤਲਬ ਕਿ therefore x ਸਾਡੇ ਕੋਲ ਹੈਗਾ ਆ u cos theta t ਤੇ y ਸਾਡੇ ਕੋਲ ਹੈਗਾ ਆ u sin theta t minus half t square। ਹਾਂ। ਸੋ ਆਪਣੇ ਕੋਲ ਆ x ਤੇ y ਦੇ ਬਾਰੇ ਆ ਪਤਾ ਲੱਗ ਗਿਆ। ਸੋ therefore by eliminating parameter ਕਿਹੜਾ ਪੈਰਾਮੀਟਰ t we can get equation trajectory of the particle ਤੇ ਆਪਾਂ t ਨੂੰ eliminate ਕਿਵੇਂ ਕਰਾਂਗੇ ਦੇਖੋ ਪਹਿਲੀ ਜਿਹੜੀ ਇਕੁਏਸ਼ਨ ਹੈਗੀ ਆ ਤੇ ਫਰਸਟ ਇਕੁਏਸ਼ਨ ਤੋਂ ਤੁਸੀਂ t ਕੱਢ ਲਓ ਤੇ ਦੂਜੀ ਪੁੱਟ ਕਰ ਦਿਓ ਹੋਰ ਕੀ ਕਰਦੇ x by u cos theta ठीक है this so put in 2 तो y आ जाएगा plus x by t by 2x square upon u square cos theta। now just cancel this this is basically tan theta into x या x into tan theta minus g by 2 u square cos square theta into x square। ਸੋ ਤੁਸੀਂ ਦੇਖੋ ਧਿਆਨ ਨਾਲ ਇੱਥੇ ਜਿਹੜਾ ਇਹ ਹੈ
ਇਹ ਤਾਂ ਕਾਂਸਟੈਂਟ ਹੁੰਦਾ ਨਾ, Yes, sir. ਕਿਉਂਕਿ ਥੀਟਾ ਕਾਂਸਟੈਂਟ ਹੈ, ਜੀ ਵੀ ਕਾਂਸਟੈਂਟ ਹੈ, ਯੂ ਵੀ ਕਾਂਸਟੈਂਟ ਹੈ, ਇਹ ਪਹਿਲੇ ਗਿਵਨ ਹੁੰਦਾ ਤੇ ਆ ਵੀ ਕਾਂਸਟੈਂਟ ਹੈ। ਤਾਂ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਬੇਸਿਕਲੀ ਇਕੁਏਸ਼ਨ ਪਤਾ ਕਿਵੇਂ ਬਣੀ, y ਜਿਵੇਂ ਕੋਈ ਕਾਂਸਟੈਂਟ c1 x c2 x², ਆ ਇਕੁਏਸ਼ਨ ਬਣੀ ਨਾ ਇੱਕ ਤਰ੍ਹਾਂ, Yes, sir. ਹੈ ਨਾ। ਸੋ ਇਹ ਕੀ ਇਕੁਏਸ਼ਨ ਬਣੀ ਹੈ ਜਿਹਦੇ ਵਿੱਚ y ਦੀ ਡਿਗਰੀ 1 ਹੈ ਤੇ x ਦੀ ਡਿਗਰੀ 2 ਹੈ। ਮੈਂ ਤੁਹਾਨੂੰ ਕਿਹਾ ਸੀ ਜੇ 1 ਦੀ ਡਿਗਰੀ ਕੀ ਬਣਦਾ ਉਹ Parabola. ਹਾਂ, ਤਾਂ ਆਪਾਂ ਇੱਥੇ ਲਿਖਦੇ ਆ, ਆਪਾਂ ਡਾਇਰੈਕਟਲੀ ਲਿਖ ਦਿੰਦੇ ਆ, ਆਪਾਂ ਇਹ ਗੱਲ ਨੂੰ ਆਪਾਂ ਇੱਥੇ ਮੈਂਸ਼ਨ ਕਰਕੇ ਉਹ ਨਹੀਂ ਕਰਦੇ, ਆਪਾਂ ਬਸ ਇਹਨੂੰ ਇੱਥੇ ਲਿਖਦੇ ਆ, ਆਪਾਂ ਲਿਖ ਦਿੰਦੇ as this equation is equation of a parabola, so projectile takes parabolic path. Trajectory. Trajectory, that's a better word. Trajectory. ਆ ਆਪਣਾ ਇਸ ਤਰ੍ਹਾਂ ਤੁਸੀਂ ਲਿਖਣਾ ਹੁੰਦਾ ਹੈ। ਜੇ ਤੁਸੀਂ ਲਿਖਣਾ, ਮੈਂ ਤੁਹਾਨੂੰ ਬਿਲਕੁਲ ਉਸ ਤਰ੍ਹਾਂ ਲਿਖ ਕੇ ਚੱਲਿਆ ਕਿ ਜੋ ਮੈਨੂੰ ਲਿਖ ਕੇ ਦਿਖਾਣਾ ਪਏ, ਐ ਦੱਸਣਾ ਪਏਗਾ ਕਿ ਮੰਨ ਲਓ x y ਪੋਜੀਸ਼ਨ ਤੇ ਹੈ, ਫਿਰ x ਤੇ y ਨੂੰ ਐ ਵੱਖਰਾ ਕਰਨਾ ਪਏਗਾ, ਹਰ ਇੱਕ ਚੀਜ਼ ਤੁਸੀਂ ਗੰਦ ਬਹੁਤ ਪਾਉਂਦੇ ਹੋ ਸਬਜੈਕਟਿਵ ਵਿੱਚ। ਮੈਂ ਹੁਣ ਪਤਾ ਲੱਗ ਗਿਆ ਤੁਹਾਡਾ ਸਾਰਿਆਂ ਦਾ ਕੰਮ ਤੁਹਾਡਾ ਐਵੇਂ ਹੀ ਆ, ਜਦ ਤੱਕ ਤੁਹਾਨੂੰ ਪ੍ਰੋਜੈਕਟ ਲਿਖਣਾ ਨਹੀਂ ਸਿਖਾਇਆ ਜਾਊਗਾ ਤੁਹਾਡਾ ਕੋਈ ਫਾਇਦਾ ਨਹੀਂਗਾ, ਤੁਸੀਂ ਸਕੂਲ ਸਕਾਲ 'ਚ ਨਹੀਂ ਪਰਫਾਰਮ ਕਰ ਸਕੋਗੇ। ਸੋ ਤੁਹਾਡੇ ਲਈ ਮੈਂ ਬਹੁਤ ਜ਼ਿਆਦਾ ਸੀਰੀਅਸ ਇਸ ਗੱਲ ਨੂੰ ਲਵਾਂਗਾ ਅੱਗੇ ਤੋਂ ਕਿ ਤੁਹਾਨੂੰ ਲਿਖਣਾ ਤਾਂ ਸਿਖਾਇਆ ਜਾਵੇ। ਪਹਿਲਾਂ 2-3 ਟੈਸਟ ਹੁੰਦੇ ਨੇ ਬਸ ਜਿਹੜੇ ਦੇਖਣ ਲਾਇਕ ਹੁੰਦੇ ਨੇ ਕਿ ਚਲੋ ਵਧੀਆ। ਇਸ ਵਾਰ ਵੀ ਕੁਝ ਬੱਚਿਆਂ ਨੇ ਬਹੁਤ ਵਧੀਆ ਇੰਪਰੂਵ ਕੀਤਾ, ਜਿਹੜਾ ਹੁਣ ਸਪੈਸ਼ਲ ਟੈਸਟ ਹੋਇਆ ਕੁਝ ਬੱਚਿਆਂ ਦੇ ਨੰਬਰ ਵਧੀਆ ਆ ਗਏ ਨੇ ਕਾਫੀ। ਆ ਹੋਗੀ ਟ੍ਰੈਜੈਕਟਰੀ ਦੀ ਇਕੁਏਸ਼ਨ। ਸੋ ਅਗਰ ਪਤਾ ਲੱਗੀ ਸਾਰਿਆਂ ਨੂੰ ਤਾਂ ਇਹਦਾ ਮਤਲਬ ਜੇ ਮੈਨੂੰ ਕਿਸੇ ਵੀ ਟਾਈਮ ਤੇ ਪੋਜੀਸ਼ਨ ਦੀ ਗੱਲ ਕਹੀ ਜਾਵੇਗੀ ਤੇ ਮੈਂ ਆ ਇਕੁਏਸ਼ਨ ਆਫ ਟ੍ਰੈਜੈਕਟਰੀ ਨੂੰ ਸਿੱਧੇ ਤੌਰ ਤੇ ਨਹੀਂ ਵਰਤਾਂਗਾ, ਬਲਕਿ ਮੈਂ ਇਹਨਾਂ ਨੂੰ ਇਹ ਯੂਜ਼ ਕਰਾਂਗਾ। ਜੇ x y ਪੋਜੀਸ਼ਨ ਤੇ ਕੋਈ ਪਾਰਟੀਕਲ ਹੈ ਤਾਂ ਉਸ ਦੇ ਲਈ ਮੈਨੂੰ ਆ x ਵਾਲੀ ਇਨਫੋਰਮੇਸ਼ਨ ਤੋਂ ਆ y ਤੋਂ ਆ ਕੱਢ ਕੇ ਇਹਨਾਂ ਨੂੰ ਸੋਲਵ ਕਰਕੇ ਨਿਊਮੈਰੀਕਲ ਕਰਨੇ ਪੈਣਗੇ। ਨਿਊਮੈਰੀਕਲ ਲਈ ਆ ਆਖਰੀ ਇਕੁਏਸ਼ਨ ਨਾਲ ਜ਼ਿਆਦਾ, ਵੈਸੇ ਇਕੁਏਸ਼ਨ ਆਫ ਟ੍ਰੈਜੈਕਟਰੀ ਥੋੜੀ ਆ ਹੀ ਆ, ਆਹ ਇਹ y equal to this। ਜਦੋਂ ਮੈਂ 11ਵੀਂ ਸੀਗਾ ਮੈਂ ਇਕੁਏਸ਼ਨ ਭੁੱਲ ਜਾਂਦਾ ਸੀ ਅਕਸਰ ਹੀ, ਫਿਰ ਬਾਅਦ ਦੇਖਿਆ ਜਦੋਂ ਮੈਂ ਕਿਹਾ ਇਹ ਤਾਂ ਲੋਡ ਵੀ ਨਹੀਂ ਪੈ ਰਹੀ, ਮਤਲਬ ਇਹਦੀ ਲੋਡ ਨਹੀਂ ਪੈਂਦੀ, ਲੋਡ ਇਹਨਾਂ ਦੀ ਪੈਂਦੀ ਆ ਤੇ ਇਹਨਾਂ ਨੂੰ ਲਿਖਦੇ ਮੈਨੂੰ ਬਹੁਤ ਸੌਖਾ ਲੱਗਦਾ ਸੀ ਕਿਉਂਕਿ ਮੈਨੂੰ ਇਹਦੀ ਵੈਲਿਊਜ਼ ਤਾਂ ਪਤਾ ਹੀ ਨਹੀਂ ਹੈ। u ਗਿਵਨ ਹੈ, ਥੀਟਾ ਗਿਵਨ ਹੈ ਤੇ ਆਪਾਂ ਆਪਣੇ ਆਪ ਹੀ u cos ਥੀਟਾ ਬਣਾ ਕੇ ਹੌਰੀਜ਼ੌਨਟਲ ਮੋਸ਼ਨ ਮੈਂ ਕਹਿੰਦਾ ਯੂਨੀਫਾਰਮ ਆ ਤੇ ਉਹ ਵਾਲਾ ਤਾਂ ਉਵੇਂ ਆ, ਆਪਣੇ ਆਪ ਹੀ ਬਣਾ ਦਿੰਦਾ ਸੀ ਐਟ ਦ ਟਾਈਮ ਇਕੁਏਸ਼ਨ। ਠੀਕ ਹੈ, ਸੋ ਆ ਇਕੁਏਸ਼ਨ ਨਾਲੋਂ ਜ਼ਿਆਦਾ ਆ ਯੂਜ਼ ਹੋਣਗੀਆਂ ਨਿਊਮੈਰੀਕਲਸ ਦੇ ਵਿੱਚ। ਤੇ ਕੱਲ ਜਿਹੜਾ ਕੁਐਸਚਨ ਸੀਗਾ ਅਦਿਤੀ ਦਾ, ਮੈਂ ਜਸਟ ਥੋੜਾ ਵੈਸੇ ਹੀ ਮੈਂਸ਼ਨ ਕਰ ਰਿਹਾ ਤੁਹਾਨੂੰ, ਐਵੇਂ ਨਹੀਂ ਹਲੇ ਮੈਂ ਕਰਨ ਨਹੀਂ ਲੱਗਾ। ਜਿਵੇਂ ਅਦਿਤੀ ਦਾ ਕੁਐਸਚਨ ਸੀਗਾ ਕਿ ਇੱਕ ਬੰਦਾ ਆ ਉਹਨੇ ਕਿੰਨੀ ਵੈਲੋਸਿਟੀ ਨਾਲ ਉਹਨੇ ਪ੍ਰੋਜੈਕਟ ਕੀਤਾ, ਯਾਨੀ ਕਿ u ਦਾ ਮੈਗਨੀਟਿਊਡ ਪਤਾ ਕਰਨਾ ਸਿੱਖਦਾ ਆਪਾਂ। ਤੇ ਇੱਥੇ ਇੱਕ ਬਰਡ ਨੂੰ ਉਹਨੇ ਗੋਲੀ ਮਾਰੀ ਆ, ਗੋਲੀ ਨਹੀਂ ਮਾਰੀ ਸੀ, ਮੈਨੂੰ ਲੱਗਦਾ ਉਹ ਸੀ ਸਰ ਐਰੋ ਸੀਗੀ, ਐਰੋ ਸੀ, ਉਹ ਕਿਸੇ ਹੋਰ ਜ਼ਮਾਨੇ ਦਾ ਹੋਣਾ ਫਿਰ ਬੰਦਾ। ਸੋ ਥੀਟਾ ਇਹਨਾਂ 45 ਡਿਗਰੀ ਗਿਵਨ ਸੀਗਾ, ਤੇ ਇੱਕ ਚੀਜ਼ ਤਾਂ ਵੈਸੇ ਗਿਵਨ ਹੋ ਗਈ ਤੇ ਬਰਡ ਦੀ ਹਾਈਟ ਗਿਵਨ ਸੀਗੀ 39.6 ਇੰਨੀ, ਤੇ ਆ ਵੀ ਗਿਵਨ ਸੀਗਾ ਹੌਰੀਜ਼ੌਨਟਲ 59.2। ਆ ਬਰਡ ਦੀ ਬੇਸਿਕਲੀ ਪੋਜੀਸ਼ਨ x, y ਗਿਵਨ ਸੀ ਆਪਾਂ ਨੂੰ, ਆ ਨਹੀਂ ਗਿਵਨ ਸੀ ਕਿ ਹੌਰੀਜ਼ੌਨਟਲ ਬਿਲਕੁਲ ਹਾਈਟ ਤੇ ਕੌਣ ਬੈਠਾ ਵਾ। ਤੇ 59 ਪੁਆਇੰਟ ਕਿੰਨੀ ਸੀ 2, ਚਲੋ ਜੋ ਵੀ ਸੀ। ਤਾਂ ਆ ਮੇਰਾ x ਸੀ, ਮੈਂ ਇਹਨੂੰ ਕਿਹਾ ਮੈਂ ਕਿਹਾ ਸਿੱਧਾ ਤੂੰ x ਲੈ ਵੀ ਬਰਾਬਰ ਹੈ ਉਹਦੀ u cos ਥੀਟਾ। ਪਰ ਇਹ y ਨਹੀਂ ਹੈਗਾ। ਓਹੋ y ਯੈਸ ਸਰ, y ਤੇ x ਆ ਲਓ ਫਿਰ ਤੁਸੀਂ ਸਿੱਧਾ ਹੀ 59.2 u cos 45 ਡਿਗਰੀ into t, ਠੀਕ ਹੈ ਨਾ। ਤੇ ਇਦਾਂ ਹੀ ਮੈਂ y ਵੀ ਲਿਆ ਸੀ ਸ਼ਾਇਦ, ਹੈ ਨਾ। ਫਿਰ ਇਹਨੂੰ ਮੈਂ ਸੋਲਵ ਕਰਕੇ u ਤੇ t ਦੋਨੋਂ ਹੀ ਮਿਲ ਜਾਣਗੇ, ਸਗੋਂ ਕਿ ਕਿੰਨੇ ਟਾਈਮ ਤੇ ਜਾ ਕੇ ਐਰੋ ਲੱਗੇਗਾ ਵੀ ਪਤਾ ਲੱਗਣਾ ਆਪਾਂ ਨੂੰ। ਯੈਸ ਸਰ, ਪੁੱਛੇਗਾ ਕਿ ਕਿੰਨੇ ਟਾਈਮ ਬਾਅਦ ਲੱਗੇਗਾ ਤਾਂ ਦੋਨੋਂ ਸਵਾਲ ਇਕੱਠੇ ਹੱਲ ਹੋ ਜਾਣਗੇ। ਸੋ ਜਿਹੜਾ ਵੇਰੀਏਬਲ ਤੁਹਾਨੂੰ ਚਾਹੀਦਾ ਉਹਦੇ ਨਾਲ ਕਈ ਵਾਰ ਦੂਜਾ ਵੇਰੀਏਬਲ ਆਪਣੇ ਆਪ ਐਕਸਟਰਾ ਇਨਫੋਰਮੇਸ਼ਨ ਵੀ ਉਸੇ ਇਕੁਏਸ਼ਨ ਚੋਂ ਨਿਕਲ ਜਾਂਦੀ ਹੁੰਦੀ ਹੈ। ਆਪਾਂ ਆਪਣੇ ਵਾਲੀ ਕੱਢਦੇ ਹਾਂ, ਬਾਕੀ ਦਫਾ ਕਰਦੇ ਹਾਂ। ਹੋ ਗਿਆ ਸੀ ਨਾ ਤੇਰਾ ਸਵਾਲ? ਯੈਸ ਸਰ, ਹੋ ਗਿਆ ਸੀ। ਠੀਕ ਹੈ, ਸੋ ਇੱਥੇ ਆ ਸਵਾਲ ਦਾ ਤੋਂ ਦੇਖਾ ਆਪਾਂ ਨੂੰ ਆ ਵੀ ਸਿੱਖਣ ਨੂੰ ਮਿਲਿਆ ਕਿ ਆਪਾਂ ਨੂੰ ਕਿਸੇ ਮੂਮੈਂਟ ਦੀ ਜਾਣਕਾਰੀ ਵੀ ਮਤਲਬ ਉਹ ਕਰਨੀ ਪੈ ਸਕਦੀ ਹੈ।
ਵੈਸੇ ਵੀ ਸੋਚ ਜੇ ਹੌਰੀਜ਼ੌਂਟਲ ਤੇ ਇੱਥੇ ਬਰਡ ਬੈਠਾ ਤੇ ਇੱਥੇ ਉਹਨੇ ਤੀਰ ਮਾਰਿਆ, ਉਹ ਤੀਰ ਦੀ ਇੱਥੇ ਆ ਕੇ ਹੌਰੀਜ਼ੌਂਟਲ ਵੈਲੋਸਿਟੀ ਆ ਜਾਣੀ, ਕੀ ਪਤਾ ਉਹਦੇ ਪੈਰਾਂ ਦੇ ਥੱਲੇ ਦੀ ਟੱਚ ਹੋ ਕੇ ਇੱਧਰ ਨਿਕਲ ਜੇ, ਹਨਾ, ਕਿਉਂਕਿ ਬਰਡ ਨੂੰ ਤਾਂ ਲੱਗੇ ਹੀ ਨਹੀਂ, ਕਿਉਂਕਿ ਇੱਥੇ ਆਉਂਦੇ ਪਹੁੰਚਦੇ ਵੈਲੋਸਿਟੀ ਤਾਂ ਇੱਧਰ ਨੂੰ ਹੋਣੀ ਹੈ ਉਹਦੀ ਐਰੋ ਦੀ, ਬਰਡ ਆਰਾਮ ਨਾਲ ਬੈਠਾ ਉੱਥੇ। ਸੋ ਆ ਸੀਗੀ ਚੌਥੀ ਗੱਲ ਜਿਹੜੀ ਮੈਂ ਤੁਹਾਨੂੰ ਸਿਖਾਈ ਕਿ ਕਿਸੇ ਪਾਰਟਿਕੂਲਰ ਮੋਮੈਂਟ ਤੇ x ਤੇ y ਦੀ ਇਕੁਏਸ਼ਨਾਂ ਕਿਵੇਂ ਲਿਖਣੀਆਂ ਨੇ, ਕਿਸੇ ਪਾਰਟੀਕਲ ਦੀ ਪੋਜੀਸ਼ਨ ਕਿਸੇ ਟਾਈਮ ਤੇ ਕਿੱਥੇ ਲਿਖਣੀ ਹੈ। ਕਲੀਅਰ ਹੈ ਗੱਲ ਸਾਰਿਆਂ ਨੂੰ? ਯੈਸ ਸਰ। ਪੰਜਵੀਂ ਗੱਲ, ਚਾਰ ਗੱਲਾਂ ਕਰ ਚੁੱਕਿਆ ਮੈਂ। ਪਹਿਲੀ ਗੱਲ ਕੀਤੀ ਟਾਈਮ ਆਫ ਫਲਾਈਟ ਦੀ, ਦੂਜੀ ਗੱਲ ਕੀਤੀ ਹੈ ਹੌਰੀਜ਼ੌਂਟਲ ਰੇਂਜ ਦੀ, ਮੈਕਸਿਮਮ ਹਾਈਟ ਦੀ ਤੇ ਟ੍ਰੈਜੈਕਟਰੀ ਦੀ। ਟ੍ਰੈਜੈਕਟਰੀ ਵਿੱਚੋਂ ਹੀ ਕਿਸੇ ਟਾਈਮ ਤੇ ਉਹਦੀ ਪੋਜੀਸ਼ਨ ਨਿਕਲ ਆਈ। ਹੁਣ ਆਪਾਂ ਕਰਾਂਗੇ ਵੈਲੋਸਿਟੀ ਐਟ ਐਨੀ ਟਾਈਮ t। ਇਹ ਬਹੁਤ 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 ਇੰਪੋਰਟੈਂਟ ਹੈ। ਇਹ ਲਿਖਦੇ ਹੋ ਨਾ ਤੁਸੀਂ VVVVVIMP। ਪੀਯੂਸ਼ ਹੈਗਾ? ਪੀਯੂਸ਼ ਪੀਯੂਸ਼ हाँ जी सर। ਕੀ ਹੋ ਗਿਆ? ਲੇਟ ਬੋਲਿਆ। सर कुछ भी ਅੱਛਾ ਜੀ। सर वो माइक ऑन ऑफ आए हो गई बस ता करके। ਹੁਣ ਦੇਖ, ਤੂੰ ਇੱਕ ਦਿਨ ਤੈਨੂੰ ਯਾਦ ਆ ਜਦੋਂ ਪ੍ਰੋਜੈਕਟਾਈਲ ਪੁੱਛ ਰਹੇ ਸੀ ਤਾਂ ਤੂੰ ਕਹਿ ਰਿਹਾ ਸੀ ਸਰ ਵੈਲੋਸਿਟੀ ਤਾਂ ਚੇਂਜ ਤਾਂ ਹੋਊਗੀ, ਤੁਸੀਂ ਮਤਲਬ ਉਹਨੂੰ ਸੇਮ ਹੀ ਰੱਖੀ ਆ ਰਹੇ ਹੋ। ਸੇਮ ਆਪਾਂ ਹੌਰੀਜ਼ੌਂਟਲ ਵਾਲੀ ਵੈਲੋਸਿਟੀ ਰੱਖ ਰਹੇ ਪਰ ਵਰਟੀਕਲ ਨੂੰ ਸੇਮ ਰੱਖ ਰਹੇ, ਕਿਉਂਕਿ ਵਰਟੀਕਲ ਸੇਮ ਨਹੀਂ ਹੈਗੀ, ਇਸ ਲਈ ਕਿਸੇ ਵੀ ਮੂਵਮੈਂਟ ਤੇ ਉਹਦੀ ਜਿਹੜੀ ਨੈਟ ਵੈਲੋਸਿਟੀ ਹੋਏਗੀ ਉਹ ਬਦਲੇਗੀ। ਠੀਕ ਹੈ। ਸੋ ਆਪਾਂ ਕਿਸੇ ਮੂਵਮੈਂਟ ਤੇ ਉਹਦੀ ਵੈਲੋਸਿਟੀ ਪਤਾ ਕਰਨੀ, ਮੈਂ ਇਸੇ ਡਾਇਗਰਾਮ 'ਚ ਦਿਖਾ ਦਿੰਦਾ। ਇਸੇ ਡਾਇਗਰਾਮ 'ਚ ਤੁਸੀਂ ਦੇਖ ਲਓ ਕਿਸੇ ਟਾਈਮ t ਤੋਂ ਬਾਅਦ ਇਸੇ ਜਗ੍ਹਾ ਤੇ, ਇਹਨੂੰ ਛੱਡ ਦੋ, ਇਹਦੀ ਆਪਾਂ ਲੋਡ ਨਹੀਂ ਹੋਣਾ ਆਪਾਂ ਨੂੰ, ਕਿਸੇ t ਟਾਈਮ ਬਾਅਦ ਹੀ ਆਪਾਂ ਗੱਲ ਕਰ ਰਹੇ ਹਾਂ, ਇਸ ਜਗ੍ਹਾ ਤੇ ਹੀ ਕਿਸੇ ਨਾ ਕਿਸੇ ਜਗ੍ਹਾ ਤੋਂ ਦਿਖਾਣਾ ਹੀ ਸੀ। ਤੇ ਵੈਲੋਸਿਟੀ ਮੰਨ ਲਓ ਹੈਗੀ ਹੈ ਇੱਥੋਂ 19 ਤੇ ਵਰਟੀਕਲ ਵਾਲੀ ਪਤਾ ਨਹੀਂ ਕਿੰਨੀ, ਪਤਾ ਨਹੀਂ ਕਿੰਨੀ ਮਤਲਬ ਆਪਾਂ ਪਤਾ ਕਰ ਲਾਂਗੇ ਕਿੰਨੀ, ਕਿਉਂਕਿ ਸਾਨੂੰ ਪਤਾ ਆ ਵਰਟੀਕਲ ਮੋਸ਼ਨ ਕਿਸ ਤਰ੍ਹਾਂ ਦਾ ਆ। ਸੋ velocity at any time t ਦੇ ਲਈ ਆਪਾਂ ਦੇਖਾਂਗੇ ਉਹਦਾ x ਕੰਪੋਨੈਂਟ ਦਾ horizontal component of velocity at any time t। ਕੰਪੋਨੈਂਟਸ ਮਤਲਬ ਕਿ ਪਹਿਲਾਂ ਲੱਭਣੇ ਪੈਂਦੇ ਆ, ਮੇਨ ਵੈਲੋਸਿਟੀ ਬਾਅਦ ਚ ਲੱਭਦੀ ਆ। ਸ਼ੁਰੂਆਤ ਵਿੱਚ ਵੈਲੋਸਿਟੀ ਮੇਨ ਵਾਲੀ ਪਤਾ ਹੁੰਦੀ ਹੈ, ਥੀਟਾ ਪਤਾ ਹੁੰਦਾ, ਆਪਾਂ horizontal ਤੇ vertical ਕੰਪੋਨੈਂਟ ਉੱਥੇ ਲਿਖਦੇ ਆ, ਪਰ ਅੱਗੇ ਜਾ ਕੇ ਕੰਪੋਨੈਂਟ ਬਦਲਦੇ ਨੇ, ਉਹਦੇ ਨਾਲ ਮੇਨ ਵੈਲੋਸਿਟੀ ਉਹਨਾਂ ਤੋਂ ਕੱਢਣੀ ਪੈਂਦੀ ਆ। So horizontal component of velocity after time t कितना होएगा? इतना ही होएगा हमेशा, ये बदले ही नहीं, बिकॉज यूनिफॉर्म मोशन है। बड़ी इंपॉर्टेंट गल है ना। तो वर्टिकल component of velocity after टाइम t। अच्छा ਇਹਦਾ ਆਪਾਂ ਨਾਮ ਰੱਖ ਦਿੰਦੇ ਆ, ਇਹਨੂੰ ਆਪਾਂ ਕਹਿੰਦੇ vx ਕਹਿ ਦਿੰਦੇ ਆ, ਹਨਾ, vx ਯੈਸ ਸਰ। ਇਸ ਮੂਮੈਂਟ ਤੇ ਇਹਦਾ ਨਾਮ vy ਰੱਖ ਦਿੰਦੇ ਆ। ਤੇ vy ਕਿੰਨਾ ਹੋਊਗਾ ਆਪਾਂ ਨੂੰ ਕਿੱਥੋਂ ਮਿਲੇਗਾ? ਬਿਕੋਜ਼ ਅਲੋਂਗ ਵਰਟੀਕਲ ਜੋ ਤੁਹਾਡੀ ਫਾਈਨਲ ਵੈਲੋਸਿਟੀ ਹੈ ਉਹ ਤੁਸੀਂ ਪਤਾ ਕਰਨੀ ਹੈ ਕਿੰਨੇ ਟਾਈਮ ਬਾਅਦ t ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ u sin theta ਤੇ ਐਕਸਲਰੇਸ਼ਨ ਕਿੰਨੀ ਹੈ minus g। ਤਾਂ ਇੱਥੋਂ ਫਾਈਨਲ ਵੈਲੋਸਿਟੀ ਜਿਹੜੀ ਹੋਏਗੀ ਉਹੀ vy ਹੋਏਗੀ ਆਪਣੀ। yes sir, minus half gt square। नहीं अच्छा, v is equal to u plus at। कर रहा है ना मैं? yes sir, yes sir, बस yes sir। are you using this ਇਹਨੂੰ ਲਿਖ ਵੀ ਸਕਦੇ ਹਾਂ ਬ੍ਰੈਕਟ ਚ ਜਦੋਂ ਪਾ ਕੇ ਸਾਈਡ ਦੇ ਡੱਬੇ ਚ ਲਿਖੂੰਗਾ using this, ਫਿਰ ਆ ਸਿੰਬਲਸ ਨੂੰ ਯੂਜ਼ ਕਰ ਸਕਦੇ ਹੋ ਉੱਥੇ, ਕਿਉਂਕਿ ਆਪਾਂ ਜਸਟ ਦੱਸ ਰਹੇ ਸਿੰਬਲਸ ਨੂੰ ਉਹਦੇ ਅੰਦਰ, ਇਹਦੇ ਆਰਟੀਕਲ ਦੇ ਅੰਦਰ ਨਹੀਂ ਕਰ ਸਕਦੇ। तो आ अपना vy आ गया, that is u sin theta minus gt। so ਇੱਥੇ ਹੁਣ ਫਾਈਨਲ ਵੈਲੋਸਿਟੀ ਇਹਨਾਂ ਦੋਨਾਂ ਤੋਂ ਪਤਾ ਕਰ ਸਕਦਾ ਕਿਸੇ ਮੋਮੈਂਟ ਤੇ, ਕਿ ਕਿਸੇ ਮੋਮੈਂਟ ਤੇ ਜਿਹੜੀ ਉਹਦੀ ਵੈਲੋਸਿਟੀ ਹੈ ਮੰਨ ਲਓ ਆ ਜਿਸ ਮੈਂ ਸਮਝਾਉਣ ਲਈ ਗੱਲ ਕਰ ਰਹੇ ਹਾਂ, ਤਾਂ ਉਸਦੇ ਕੰਪੋਨੈਂਟ ਜਿਹੜੇ ਨੇ horizontal ਵਾਲਾ ਜਿਹਨੂੰ vx ਕਹਿ ਰਿਹਾ ਮੈਂ,
ਤੇ Vx ਦੀ ਵੈਲਿਊ ਬਦਲਦੀ ਹੀ ਨਹੀਂ ਹੈ, u cos ਥੀਟਾ ਹੀ ਰਹਿੰਦੀ ਹੈ। ਤੇ ਵਰਟੀਕਲ ਕੰਪੋਨੈਂਟ Vy ਹੁੰਦਾ ਆ, ਹਨਾ, ਸਿੰਬਲ ਹੈ Vy, ਤਾਂ ਕੈਲਕੂਲੇਟ ਤਾਂ ਆਪਾਂ ਕਰਦੇ Vy ਹੁੰਦਾ ਆ, ਤੇ Vy ਦੀ ਵੈਲਿਊ ਕਿੰਨੀ ਹੈ? U sin theta minus GT. u sin theta minus gt ਹੁਣੀ ਕੀਤਾ ਆਪਾਂ। ਤਾਂ Yes, sir. velocity ਹੋਏਗੀ at any time t, that is v ਕਹਿ ਦਿੰਦੇ ਨਾ, u ਪਹਿਲਾਂ ਹੁੰਦੀ ਹੈ ਤਾਂ ਆਪਾਂ ਬਾਅਦ ਚ v ਕਹਿ ਦਿੰਦੇ ਨਾ। ਸੋ v ਜਿਹੜਾ ਹੋਏਗਾ, v ਦਾ ਮੈਗਨੀਟਿਊਡ ਕਿਹਦੇ ਬਰਾਬਰ ਹੋਏਗਾ? ਜੇ ਮੈਂ v ਵੈਕਟਰ ਨੂੰ ਲਿਖਾਂ ਤਾਂ ਬੇਸਿਕਲੀ ਲਿਖਾਂਗਾ ਮੈਂ Vx vector minus. vy j cap ਲਿਖ ਸਕਦਾ ਕਿ ਨਹੀਂ? Yes, sir. Yes. ਜਾਂ ਫਿਰ ਲਿਖ ਸਕਦਾ u cos theta i cap। ਜਦੋਂ ਮੈਨੂੰ ਮੰਨ ਲਓ ਕਿਸੇ ਤਰ੍ਹਾਂ i cap j cap ਮੰਨ ਲਓ 4 ਆਪਸ਼ਨ ਗਿਵਨ ਹੋਣ, ਫਿਰ ਹਨਾ, ਫਿਰ ਮੈਨੂੰ ਇਹ ਕਰਨਾ ਚਾਹੀਦਾ ਕਿ ਨਹੀਂ? Yes, sir. ਕਿਸੇ ਟਾਈਮ t ਤੇ ਵੈਲੋਸਿਟੀ ਦਾ ਕੰਪੋਨੈਂਟ ਆਏਗਾ, ਤਾਂ ਵੈਲੋਸਿਟੀ ਦਾ ਜਿਹੜਾ ਮੈਗਨੀਟਿਊਡ ਜਿਹਦੀ ਆਪਾਂ ਜ਼ਿਆਦਾ ਲੋਡ ਪੈਂਦੀ ਹੈ, ਵੈਲੋਸਿਟੀ ਦਾ ਮੈਗਨੀਟਿਊਡ ਜਾਂ ਇਹਨੂੰ ਐ ਕਰਕੇ ਐ ਪਾ ਦੇਵਾਂ ਜਾਂ ਕੱਲਾ ਵੀ ਲਿਖ ਦੇਵਾਂ, ਆ ਕੀ ਹੁੰਦਾ ਹੈ ਫਿਰ? Square root of Vx square plus Vy square. ਆ ਜਾਏਗਾ। ਇਹਨੂੰ ਚਾਹੇ ਮੈਂ ਸੋਲਵ ਕਰਾਂ ਚਾਹੇ ਨਾ ਕਰਾਂ, ਮੈਂ ਤਾਂ ਇਹਦੀ ਟੈਨਸ਼ਨ ਕਦੀ ਲੈਂਦਾ ਨਹੀਂ, ਕਿਉਂਕਿ ਮੈਂ ਤਾਂ ਸਿੱਧਾ ਹੀ ਆ ਕੰਪੋਨੈਂਟ ਜਿਹੜੇ ਆ ਕੱਢ ਕੇ ਉਸੇ ਟਾਈਮ ਕੱਢਦਾ। ਸਾਰਾ ਕੁਝ ਹਮੇਸ਼ਾ ਥੋੜੀ ਯਾਦ ਰੱਖਦੇ ਆਪਾਂ, ਯਾਦ ਰੱਖਣ ਦੀ ਲੋੜ ਹੀ ਕੀ ਹੈ? ਇੱਥੇ ਮੈਂ ਸਿੰਪਲੀਫਾਈ ਕਰ ਦਿੰਦਾ ਕਿਉਂਕਿ ਮੈਂ ਆਰਟੀਕਲ ਕਰ ਰਿਹਾ ਵਾਂ, ਤੇ ਅਦਰਵਾਈਜ਼ ਮੈਂ ਸਿੱਧਾ ਇਸੇ ਚੀਜ਼ ਨੂੰ ਐਵੇਂ ਯੂਜ਼ ਕਰਦਾ। ਇਹ ਕੀ ਆ ਜਾਏਗਾ ਜੀ? U square sin square theta. ਪਤਾ ਲੱਗ ਗਿਆ? ਆ ਕੀ ਬਣ ਜਾਏਗਾ ਫਿਰ? U square. Here. ਆ ਆਪਣੀ ਆਏਗੀ ਫਾਈਨਲ ਵੈਲੋਸਿਟੀ। ਆ ਵਾਲੀ ਮੈਂ ਆਹੀ ਯਾਦ ਰੱਖਦਾ ਹੁੰਦਾ, ਪਰ ਮੈਂ ਕਿਉਂ ਆ ਵੀ ਨਹੀਂ ਯਾਦ ਰੱਖਦਾ, ਮੈਂ ਤਾਂ ਆਹੀ ਕੱਢ ਲੈਣਾ ਹੁੰਦਾ। ਵਰਟੀਕਲ ਵਾਲੇ ਰੂਲ ਲਗਾ ਕੇ ਆ ਹੌਰੀਜ਼ੌਂਟਲ ਦਾ ਪਤਾ ਹੀ ਹੁੰਦਾ ਨਹੀਂ ਆ, ਤੇ ਵਰਟੀਕਲ ਵਾਲੀ ਕਢਾ ਕੇ ਮੈਂ ਇਹਦੀ ਆ ਕਰਕੇ ਆਹੀ ਕਰ ਲੈਣਾ ਵਾ। ਕਿਉਂ? ਕਿਉਂਕਿ ਯਾਦ ਰੱਖਣ ਦੇ ਚੱਕਰ 'ਚ ਆਪਾਂ ਨਹੀਂ ਪੈਂਦੇ ਜ਼ਿਆਦਾ ਫਿਜ਼ਿਕਸ ਦੇ ਵਿੱਚ, ਆਪਾਂ ਚੀਜ਼ਾਂ ਨੂੰ ਉਸੇ ਟਾਈਮ ਐਟ ਦਾ ਮੋਮੈਂਟ ਡਿਵੈਲਪ ਕਰਨ ਦੇ ਚੱਕਰ 'ਚ ਪੈਂਦੇ ਆ। ਕਿਉਂ? ਇਸ ਗੱਲ ਦੀ ਆਦਤ ਕਿਉਂ ਪਾਣੀ ਹੈ? ਕਿਉਂਕਿ ਅੱਜ ਤੁਹਾਡੇ 2 ਯੂਨਿਟ ਹੋਏ ਨੇ, ਇੱਕ ਟਾਈਮ ਤੇ ਤੁਹਾਡੇ 10 ਯੂਨਿਟ ਹੋ ਜਾਣਗੇ, ਫਿਰ +2 ਦੀ ਫਿਜ਼ਿਕਸ ਹੋ ਜਾਏਗੀ ਸਾਰੀ, ਫਿਰ ਤੁਸੀਂ ਪੇਪਰ ਦੇਣ ਜਾਓਗੇ ਤੇ ਸਾਰੇ ਆ ਘੋਟਾ ਮਾਰ ਕੇ ਜਾਓਗੇ। ਉੱਥੇ ਤੁਹਾਡੇ ਕੋਲ ਜਿੰਨਾ ਟਾਈਮ ਹੋਊਗਾ ਇੰਨੀ ਤੇਜ਼ ਪ੍ਰੈਕਟਿਸ ਤੁਹਾਡੀ ਆ ਬਾਰ-ਬਾਰ ਲਗਾਤਾਰ ਸੋਚਦੇ ਹੋ, ਬਾਰ-ਬਾਰ ਜਦੋਂ ਫਾਰਮੂਲਾ ਆਵੇ ਦਿਮਾਗ 'ਚ ਬਣਾਓ, ਫਿਰ ਬਣਾਓ, ਫਿਰ ਬਣਾਓ, ਫਿਰ ਬਣਾਓ। ਜਦੋਂ ਨਿਊਮੈਰੀਕਲ ਕਰਦੇ ਹੋ ਫਿਰ ਬਣਾਓ ਦਿਮਾਗ 'ਚ, ਦੇਖੋ ਅੱਛਾ u cos θ ਹੈ ਤਾਂ ਸੇਮ ਰਹਿੰਦਾ, ਉੱਪਰਲੀ ਬਦਲੂਗੀ। ਕਿਵੇਂ ਬਦਲੂਗੀ? ਐਕਸਲਰੇਟਿਡ ਮੋਸ਼ਨ ਆ, -g ਲਓ, t ਟਾਈਮ ਲਓ, u sin θ ਤੋਂ ਸ਼ੁਰੂ ਕਰੋ, v = u + at ਲਗਾਓ, ਉਹ ਆ ਗਈ ਵਰਟੀਕਲ ਵਾਲੀ, ਉਹਨਾਂ ਦਾ ਸਕੁਅਰ ਐਂਡ ਐਡ ਕਰਕੇ ਤੇ ਰੂਟ ਲੈ ਲਿਆ ਤਾਂ ਫਾਈਨਲ ਵੈਲੋਸਿਟੀ। ਇਸ ਤਰ੍ਹਾਂ ਦਿਮਾਗ 'ਚ ਤੇਜ਼ ਬਣਾਉਣਾ ਹੈ ਕੰਮ, ਕਿਉਂਕਿ ਤੇਜ਼ ਕੰਮ ਕਰਨਾ ਵੀ ਜ਼ਰੂਰੀ ਹੈ ਤੇ ਸਹੀ ਕੰਮ ਕਰਨਾ ਵੀ ਜ਼ਰੂਰੀ। ਹੁਣ ਸਹੀ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ ਪਹਿਲੇ 6 ਮਹੀਨੇ, ਬਾਅਦ 'ਚ ਤੇਜ਼ ਕਰਨਾ ਵੀ ਜ਼ਰੂਰੀ ਹੋ ਜਾਏਗਾ। ਸੋ ਫਾਰਮੂਲੇ ਯਾਦ ਕਰਨ ਨਹੀਂ ਬੈਠਾਂਗੇ, ਫਾਰਮੂਲੇ ਜਦੋਂ ਚਾਹੀਦਾ ਉਸੇ ਟਾਈਮ ਵਿਦਿਨ 10 ਸੈਕਿੰਡ ਨਹੀਂ ਲੱਗਦੇ ਫਾਰਮੂਲਾ ਕੱਢਣ ਨੂੰ, ਪਾ ਕੇ ਜਦੀ ਉਹ 'ਚ ਵੈਲਿਊਜ਼ ਪੁੱਟ ਕਰਕੇ ਬੰਦਾ ਆਨਸਰ ਤੇ ਪਹੁੰਚਿਆ ਹੁੰਦਾ ਵਾ, ਇਸ ਤਰ੍ਹਾਂ ਦੀ ਚੀਜ਼ਾਂ ਨੂੰ। So this is the final velocity. I will prefer to remember this. ਬਾਕੀ ਜੇ ਉਹਨਾਂ ਨੇ ਪੇਪਰ 'ਚ ਕੱਢਿਆ ਤਾਂ ਇਹਨੂੰ ਬਾਅਦ ਸੋਲਵ ਤਾਂ ਕਰ ਹੀ ਸਕਦੇ ਹਾਂ। ਕਲੀਅਰ ਹੈ ਗੱਲ? Yes, sir. Yes, sir. ਆ ਪ੍ਰੋਜੈਕਟਾਈਲ ਬਾਰੇ ਸੀਗਾ। ਜਦੋਂ ਪ੍ਰੋਜੈਕਟਾਈਲ ਨੂੰ ਆਪਾਂ ਇੱਥੋਂ ਲਾਂਚ ਕਰਦੇ ਆ ਹੌਰੀਜ਼ੌਂਟਲ ਤੋਂ ਕਿਸੇ ਵੀ ਉੱਤੇ, ਦੂਜਾ ਵਾਲਾ ਤੁਸੀਂ ਦੂਜਾ ਵਾਲਾ ਜਿਹੜਾ ਹੈਗਾ ਉਹ ਹੈਗਾ ਪ੍ਰੋਜੈਕਟਾਈਲ ਫਾਇਰਡ along horizontal from a given height, ਜਾਂ ਕਿਸੇ ਬਿਲਡਿੰਗ ਤੋਂ ਆਪਾਂ ਪ੍ਰੋਜੈਕਟਾਈਲ ਫਾਇਰ ਕੀਤਾ ਤਾਂ ਉਹਦੇ ਬਾਰੇ। ਜਿਵੇਂ ਬਿਲਡਿੰਗ ਪਹਿਲਾਂ ਹੀ ਆ, ਮੰਨ ਲਓ ਆ ਹਾਈਟ ਤੇ ਬੰਦਾ ਚੜਿਆ ਹੈ, ਇੱਥੋਂ ਹੀ ਉਹਨੇ ਫਾਇਰ ਕਰਨਾ। ਆ ਗਰਾਊਂਡ ਹੈ ਤੇ ਆ ਬਿਲਡਿੰਗ ਦੀ ਹਾਈਟ ਹੈ,
ਬਿਲਡਿੰਗ ਹੀ ਬਣਾ ਦਿੰਦੇ ਤੇ ਇਹਦੀ ਹਾਈਟ ਹੈਗੀ ਹੈ ਮੰਨ ਲਓ ਕੁਝ ਵੀ ਹੋ ਸਕਦੀ ਹੈ, ਮੈਂ h ਕੈਪੀਟਲ ਜੋ ਮਰਜ਼ੀ ਲਵਾਂ, h ਲੈ ਲਈ ਮੰਨ ਲਓ, ਤੇ ਇਹ h ਜਿਹੜੀ ਹੈ ਕਾਂਸਟੈਂਟ ਹੈ, ਗਿਵਨ ਹੈ। ਤੇ ਜਿਹੜਾ ਪ੍ਰੋਜੈਕਟਾਈਲ ਫਾਇਰ ਕੀਤਾ ਇੱਥੋਂ ਆਪਾਂ ਇਸ ਹਾਈਟ ਤੋਂ ਉਹ ਅਲੋਂਗ ਦਾ ਹੌਰੀਜ਼ੌਂਟਲ ਫਾਇਰ ਕੀਤਾ ਹੈ u ਵੈਲੋਸਿਟੀ ਨਾਲ, ਤੇ ਜਦੋਂ ਇਹ ਪਾਰਟੀਕਲ ਇੱਥੋਂ ਆਏਗਾ, ਇੱਥੋਂ ਗਿਰੇਗਾ ਇਸ ਤਰ੍ਹਾਂ ਕਰਕੇ ਇੱਥੇ, ਓਏ ਹੋਏ ਬੜਾ ਭੈੜਾ ਬਣ ਗਿਆ, ਇੱਥੋਂ ਤੇ ਆ ਜਿਹੜਾ ਹੈਗਾ ਵੀ ਪ੍ਰੋਜੈਕਟਾਈਲ ਜਿਹੜਾ ਇਹ ਪੈਰਾਬੋਲਿਕ ਪਾਥ ਹੀ ਹੋਏਗਾ ਵੀ। ਤੇ ਆਪਾਂ ਇੱਥੇ ਕੀ ਜਾਣਕਾਰੀਆਂ ਦੇਖੋ, ਮੈਕਸਿਮਮ ਹਾਈਟ ਦੀ ਤਾਂ ਕੋਈ ਗੱਲ ਨਹੀਂ ਨਾ, ਇੱਥੇ h ਹਾਈਟ ਹੈਗੀ ਹੈ ਤਾਂ ਸਿੱਟ ਰਿਹਾ, ਕਿਸੇ ਮੋਮੈਂਟ ਤੇ ਉਹਦੀ ਹਾਈਟ ਦੀ ਗੱਲ ਬਾਅਦ ਦੇਖਾਂਗੇ, ਠੀਕ ਹੈ ਨਾ ਗੱਲ, h ਹਾਈਟ ਹੈ ਬਸ। ਇੱਕ ਚੀਜ਼ ਸੱਚ, ਇੱਕ ਚੀਜ਼ ਇੱਥੇ ਇੱਕ ਚੀਜ਼ ਰਹਿ ਗਈ, ਆ ਤਾਂ ਤੁਸੀਂ ਕੱਢ ਲਈ ਫਾਈਨਲ ਵੈਲੋਸਿਟੀ ਦੇ ਨਾ, ਫਿਰ ਆਪਾਂ ਕਈ ਵਾਰ ਡਾਇਰੈਕਸ਼ਨ ਵੀ ਦੇਖਣੀ ਹੁੰਦੀ ਹੈ, ਸੱਚ ਇਹ ਗੱਲ ਮੈਂ ਇੱਥੇ ਭੁੱਲ ਹੀ ਗਿਆ ਦੱਸਣੀ ਤੁਹਾਨੂੰ। ਫਾਈਨਲ ਵੈਲੋਸਿਟੀ ਦੀ ਡਾਇਰੈਕਸ਼ਨ ਜਿਹੜੀ ਦੇਖਣੀ ਹੁੰਦੀ ਆ, ਉਹਦੇ 'ਚ ਆਪਾਂ ਵੈਲੋਸਿਟੀ ਦਾ x ਕੰਪੋਨੈਂਟ ਨਾਲ ਹੌਰੀਜ਼ੌਂਟਲ ਨਾਲ ਐਂਗਲ ਦੱਸ ਦਿੰਦੇ ਹੁੰਦੇ ਆ, ਉਹਨੂੰ ਐਂਗਲ ਨੂੰ ਆਪਾਂ ਕਹਿੰਦੇ ਅਲਫਾ। ਤਾਂ ਫਿਰ ਜਿਹੜਾ ਇਹ ਵਾਲਾ tan ਅਲਫਾ ਹੋਏਗਾ ਇਹਦੀ ਡਾਇਰੈਕਸ਼ਨ ਲਈ, tan ਅਲਫਾ ਹੋਏਗਾ, tan ਅਲਫਾ ਵਿਲ ਬੀ ਇਕੁਅਲ ਟੂ ਦਿਸ ਬਾਈ ਦਿਸ, ਹੈ ਨਾ? Yes sir, Vy by Bx. ਹਾਂ, ਕਿਉਂਕਿ Vx ਤੇ Vy ਦੋਨਾਂ 'ਚ ਤਾਂ 90 ਡਿਗਰੀ ਦਾ ਐਂਗਲ ਹੈਗਾ ਹੀ ਆ, ਸਿੱਧਾ ਹੀ Yes. Vx ਆ ਜਾਊਗਾ, ਹੈ ਨਾ, ਪਰਪੈਂਡੀਕੂਲਰ ਬਟਾ ਵਾਲਾ ਬੇਸ ਤੇ, ਆ ਵੀ ਲੈਂਥ ਗਿਵਨ ਹੈ ਇਹਦੇ ਬਰਾਬਰ ਹੈ, ਇਹਦੇ ਬਰਾਬਰ। ਸੋ ਇਸ ਕੇਸ Vy by Vx ਆ ਜਾਊਗਾ, ਸਿੱਧਾ ਸਿੱਧਾ ਹੀ ਕੀ ਆਊਗਾ, Vy is u sin theta Minus gt ਪਤਾ ਕਰ ਚੁੱਕੇ ਹੋਗੇ, ਤੇ by u cos theta. ਕਹਿਣ ਦਾ ਭਾਵ ਇਹ ਆ ਕਿਸੇ ਵੀ ਟਾਈਮ ਤੇ ਅਲਫਾ ਬਦਲੇਗਾ, ਹੈ ਨਾ, ਕਿਉਂਕਿ ਟਾਈਮ ਤੇ ਡਿਪੈਂਡ ਕਰ ਰਿਹਾ, ਦੇਖੋ ਟਾਈਮ ਤੇ Yes sir. ਹਰ ਟਾਈਮ ਤੇ ਉਹਦੀ ਐਂਗਲ ਜਿਹੜਾ ਹੈ ਹੌਰੀਜ਼ੌਂਟਲ ਨਾਲ ਵੱਖਰਾ ਹੋਏਗਾ। ਇਹ ਬੜੀ ਇੰਪੋਰਟੈਂਟ ਗੱਲ ਹੈ, ਆਹ ਗੱਲ ਆਪਾਂ ਕਰਨੀ ਭੁੱਲ ਗਏ। ਸੋ ਤੁਸੀਂ ਕਿਸੇ ਵੀ ਮੋਮੈਂਟ ਤੇ ਫਾਈਨਲ ਵੈਲੋਸਿਟੀ ਦਾ ਐਂਗਲ ਪਤਾ ਕਰ ਸਕਦੇ ਹੋ। ਅੱਛਾ, ਫਾਈਨਲ ਵੈਲੋਸਿਟੀ ਦਾ ਆ ਅਲਫਾ ਐਂਗਲ 0 ਕਦੋਂ ਹੋਏਗਾ ਦੱਸ ਸਕਦਾ ਕੋਈ? ਸਰ ਹਾਈਐਸਟ ਪੁਆਇੰਟ ਤੇ, Sir ਜਦੋਂ ਉੱਪਰ ਮੈਕਸਿਮਮ ਹਾਈਟ ਤੇ ਪਹੁੰਚ ਗਿਆ। ਮੈਕਸਿਮਮ ਹਾਈਟ ਹਾਈਐਸਟ ਪੁਆਇੰਟ ਤੇ, ਜਦੋਂ ਹਾਈਐਸਟ ਪੁਆਇੰਟ ਤੇ ਪਹੁੰਚ ਜਾਏਗਾ ਤਾਂ ਹੋਏਗਾ। ਤੇ ਹਾਈਐਸਟ ਪੁਆਇੰਟ ਤੇ ਤੁਸੀਂ ਪਹੁੰਚ ਜਾਏਗਾ ਤਾਂ ਤੁਸੀਂ ਦੇਖੋ ਉਹਦਾ Vx ਕਿੰਨਾ ਹੋਏਗਾ, u cos theta ਹੀ ਹੋਏਗਾ। ਤੇ Vy ਕਿੰਨਾ ਹੋ ਜਾਏਗਾ, 0। तो जो वैल्यूज पुट करोगे तो ਤੁਹਾਡਾ ਇਹ ਆ ਜਾਏਗਾ Vy by Vx 0 आ जाएगा। तो अल्फा आ जाएगा 0। Yes sir. ठीक है ना? ਇਹਨੂੰ ਹੋਰ ਤਰ੍ਹਾਂ ਦਿਖਾਣਾ ਤੁਹਾਨੂੰ, ਦੇਖੋ ਮਤਲਬ ਮੈਥਮੈਟਿਕਸ ਬੜਾ ਨਾ ਉਹ ਹੁੰਦਾ ਆ, tan ਅਲਫਾ ਆ, ਤੁਸੀਂ ਵੈਸੇ ਕੀ ਕੀਤਾ ਇਹਨੂੰ u sin theta minus gt over by u cos theta। u cos theta ਆ ਕੀਤਾ ਨਾ। ਵੈਸੇ ਮੈਕਸਿਮਮ ਹਾਈਟ ਤੇ ਜੇ ਟਾਈਮ ਹੀ ਪਤਾ ਕਰ ਲਓ ਤਾਂ ਟਾਈਮ ਕਿੰਨਾ ਹੁੰਦਾ ਉਥੇ, ਟਾਈਮ ਆਫ ਫਲਾਈਟ ਬਣਾ ਦੋ। ਯੈਸ ਸਰ, ਆਈ ਸੀਗਾ ਨਾ ਟਾਈਮ ਆਫ ਫਲਾਈਟ, u sin theta by g। u sin theta by, ਇੱਥੇ u sin theta by, तो फिर भी 0 आ जाऊंगा। ਹਾਂ ਉਹੀ ਦਿਖਾ ਰਿਹਾ ਮੈਂ ਤੁਹਾਨੂੰ। ਸੋ you will get 0। ਸੋ ਇਹ ਇੱਕ ਬਸ ਚੀਜ਼ ਵਿੱਚ ਮੈਂ ਭੁੱਲ ਗਿਆ ਸੀ ਕਰਨੀ। ਇੱਥੇ ਕੀ ਹੋਏਗਾ ਹੁਣ, ਇੱਥੇ ਵੀ ਜਿਹੜਾ u ਫਾਇਰ ਕੀਤਾ ਤੁਸੀਂ ਇਹਦਾ ਐਂਗਲ ਹੌਰੀਜ਼ੌਂਟਲ ਨਾਲ ਬਦਲੇਗਾ ਬਸ, ਜਾਂ ਫਿਰ ਜੇ ਤੁਸੀਂ ਇੱਥੇ ਆ ਵੀ ਦੇਖੋ, ਅੱਛਾ ਇਹਦੇ ਆਫਟਰ ਟਾਈਮ t ਕੀ ਹੋਏਗਾ, ਇੱਥੇ ਆਫਟਰ ਪੂਰਾ ਟਾਈਮ t ਜੇ ਮੈਂ ਲੈ ਲਵਾਂ ਇੱਥੇ, ਜਿਵੇਂ ਐਂਡ ਮੋਮੈਂਟ ਤੇ ਵੈਲੋਸਿਟੀ ਐਟ ਦਾ ਐਂਡ ਮੋਮੈਂਟ, ਜਦੋਂ ਉਹ ਪਾਰਟੀਕਲ ਵਾਪਸ ਟਕਰਾਏਗਾ ਤਾਂ ਉਹਦਾ ਐਂਗਲ ਕਿੰਨਾ ਹੋਏਗਾ ਉਹਦੇ ਨਾਲ। ਅੱਛਾ, ਵੈਲੋਸਿਟੀ ਵੀ ਕਿੰਨੀ ਹੋਏਗੀ ਆ ਵੀ ਦੇਖ ਲੈਂਦੇ ਆ। ਇਹ ਬੜੀ ਇੰਟਰਸਟਿੰਗ ਜੀਆਂ ਚੀਜ਼ਾਂ ਨੇ, ਉਹਦੇ ਵਿੱਚ ਸਪੈਸ਼ਲ ਕੇਸ ਬਣਾ ਰਿਹਾ ਮੈਂ, ਬਸ ਹੁਣ ਤੁਹਾਨੂੰ ਦੋ ਗੱਲਾਂ ਦੱਸ ਚੁੱਕਾ ਮੈਂ, ਇੱਥੇ ਮੈਂ ਦੱਸ ਦਿੰਦਾ। ਵੈਲੋਸਿਟੀ ਦਾ x ਕੰਪੋਨੈਂਟ ਕਿੰਨਾ ਆਇਆ ਵਾ, ਵੈਲੋਸਿਟੀ ਦਾ y ਕੰਪੋਨੈਂਟ ਕਿੰਨਾ ਆਇਆ ਵਾ, u sin theta minus ਵੈਲੋਸਿਟੀ ਦਾ ਮੈਗਨੀਟਿਊਡ ਆਇਆ ਵਾ ਇਹਨਾਂ ਦਾ, ਇਹ ਲਿਖ ਦਿੰਦਾ ਮੈਂ, ਆਇਆ ਵਾ, ਤੇ ਵੈਲੋਸਿਟੀ ਦਾ ਜਿਹੜਾ ਡਾਇਰੈਕਸ਼ਨ ਆਈ ਹੈ tan ਅਲਫਾ
आई आ वेलोसिटी ਦੇ ਬਾਰੇ ਅਸਲੀ ਜਾਣਕਾਰੀਆਂ ਨੇ ਪੂਰੀਆਂ ਕੰਪਲੀਟ ਓਵਰਆਲ ਹੈ ਨਾ ਵੀ ਕਿੰਨੀ ਤੇ ਕਿੰਨੇ ਐਂਗਲ ਤੇ ਹੌਰੀਜ਼ੌਂਟਲ। ਸੋ ਜੇ ਮੈਂ ਐਟ ਪੁਆਇੰਟ B ਗੱਲ ਕਰਾਂ ਹੈ ਨਾ ਜਦੋਂ ਪ੍ਰੋਜੈਕਟਾਈਲ when it strikes ground again ਵਾਪਸ ਜਦੋਂ ਗਰਾਊਂਡ ਤੇ ਪਹੁੰਚਿਆ ਤਾਂ ਇਸ ਟਾਈਮ ਤੇ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਟਾਈਮ ਕਿੰਨਾ ਹੋਏਗਾ then 2u sin theta by g। है ना तो टाइम Yes, sir. टाइम ਦੀ ਫਾਰਮ ਚ ਤੁਹਾਨੂੰ ਆ ਵੀ ਮਿਲ ਜਾਣਾ, ਆ ਵੀ ਮਿਲ ਜਾਣਾ। Yes sir। वेलोसिटी ਉਹਦੀ ਕਿੰਨੀ ਹੋਏਗੀ ਫਿਰ ਮੈਗਨੀਟਿਊਡ ਟਾਈਮ ਪੁੱਟ ਕਰ ਦੋ, ਇਹ ਆ ਜਾਏਗਾ u ਸਕੁਅਰ टाइम पूरा पुट कर दो आ जाएगा। Yes. Yes sir। u sin थीटा माइनस 2u sin थीटा माइनस u sin u sin theta u स्क्वायर sin स्क्वायर थीटा u square बच जाएगा। कितना आ गया u देखो उन्नी वेलोसिटी जिन्नी वेलोसिटी नाल मतलब किसी ਉਹਨੂੰ ਫਾਇਰ ਕੀਤਾ ਨਾ ਇੱਥੇ ਆਹੀ u वेलोसिटी ਦਾ ਮੈਗਨੀਟਿਊਡ ਦੇ ਬਰਾਬਰ ਉਹ ਇੱਧਰ ਨੂੰ ਹੋ ਜਾਏਗੀ ਫਾਈਨਲ वेलोसिटी ਇੰਨੀ ਹੀ ਜਿੰਨੀ ਇੱਥੇ ਸੀਗੀ ਉਨੀ ਇੱਧਰ ਸਾਈਡ ਤੇ ਨੀਚੇ ਨੂੰ ਹੋ ਜਾਏਗੀ। ਕਲੀਅਰ ਹੈ ਗੱਲ? yes sir। Yes. ਆਪਾਂ ਉੱਪਰ ਵਰਟੀਕਲ ਮੋਸ਼ਨ ਲਈ ਨਹੀਂ ਕਰਦੇ ਵੀ ਜਿੰਨੀ ਵੈਲੋਸਿਟੀ ਨਾਲ ਸਿੱਟਿਆ ਉਨੀ ਵੈਲੋਸਿਟੀ ਨਾਲ ਆਇਆ, ਬਿਲਕੁਲ ਉਹੀ ਗੱਲ ਇੱਥੇ ਵੈਲਿਡ ਹੈ। ਤੇ ਇਹਦਾ ਹੌਰੀਜ਼ੌਂਟਲ ਨਾਲ ਜੇ ਐਂਗਲ ਪਤਾ ਕਰੀਏ ਹੁਣ ਉੱਥੇ ਹੀ ਇਹਦਾ ਐਂਗਲ ਪਤਾ ਕਰੀਏ ਜੇ tan ਅਲਫਾ ਕੀ ਆ ਜਾਏਗਾ u sin थीटा माइनस g क्या आ जाएगा बटा u cos थीटा yes sir। कटा गया minus u sin theta minus tan theta tan 180 minus theta। माइनस थीटा yes sir। ਤੇ ਮਾਈਨਸ ਥੀਟਾ ਦਾ ਮਤਲਬ ਸਮਝ ਗਏ ਨਾ clockwise च theta ਆ ਐਂਗਲ ਸੀਗਾ ਥੀਟਾ ਮਾਈਨਸ ਥੀਟਾ ਮਤਲਬ ਆ ਨੀਚੇ ਨੂੰ ਹੋ ਗਿਆ ਕਲॉकवाइज फोर्थ ਕੁਆਡਰੈਂਟ ਚਲਾ ਗਿਆ ਆਪਣੇ ਆਪ ਦਿਖ ਹੀ ਰਿਹਾ ਤੁਹਾਨੂੰ। ਸੋ ਕਿੰਨਾ ਵਾਲਾ ਕੱਲੀ ਚੀਜ਼ ਦੀ ਇਨਫੋਰਮੇਸ਼ਨ ਦੇਖੋ ਤੁਹਾਨੂੰ ਇੱਥੇ ਮਿਲਦੀ ਹੈ। ਇਹਦਾ ਸਕਿੱਲ ਡਿਵੈਲਪ ਕਰਨਾ ਹੁੰਦਾ ਹੈ ਤੁਸੀਂ ਚੰਗੀ ਤਰ੍ਹਾਂ ਆਪਣੇ ਅੰਦਰ, ਨਾ ਕਿ ਮਤਲਬ ਕੋਈ ਘੋਟੇ ਮਾਰਨੇ ਹੁੰਦੇ ਆ। ਹੁਣ ਆਹ ਵਾਲਾ ਜਿਹੜਾ ਹੈਗਾ ਆਰਟੀਕਲ ਇਹ ਵਾਲਾ ਮੈਂ ਬਿਲਕੁਲ ਰਫਲੀ ਕਰਨ ਜਾ ਰਿਹਾ ਕਿਉਂਕਿ ਹੁਣ ਪਹਿਲਾਂ ਵਾਲਾ ਆਪਾਂ ਕਰ ਚੁੱਕੇ ਹਾਂ। ਇਹ ਜੇ ਹਾਈਟ ਦਾ ਆਪਾਂ ਨੂੰ ਪਤਾ ਹੀ ਹੈ ਪਰ ਇਹਨੂੰ ਹਰ ਮੋਮੈਂਟ ਤੇ ਹਾਈਟ ਨਹੀਂ ਪਤਾ ਆਪਾਂ ਨੂੰ। ਤਾਂ ਇੱਥੇ ਇਹਦੇ ਕਿਸੇ ਪਾਰਟਿਕੂਲਰ ਮੋਮੈਂਟ ਤੇ ਇੱਥੇ ਮੰਨ ਲਓ ਆਪਾਂ ਪਹੁੰਚੇ ਆ ਤਾਂ ਉਹ x, y ਪੁਆਇੰਟ ਹੈ ਤਾਂ ਉਹਦਾ x ਹੌਰੀਜ਼ੌਂਟਲ ਡਿਸਟੈਂਸ ਆ ਹੋਏਗਾ t ਟਾਈਮ ਬਾਅਦ ਵਰਟੀਕਲ ਆ ਹੋਏਗਾ। ਹੁਣ ਜਿਹੜਾ ਹੌਰੀਜ਼ੌਂਟਲ ਡਿਸਟੈਂਸ ਹੋਏਗਾ ਉਹ x ਕੀ ਹੋਏਗਾ u ਹੀ ਹੋਏਗਾ ਇਕੱਲਾ ਹਨਾ। ਇੱਥੇ ਜਿਹੜਾ ਮੈਂ yes sir। ਮੈਂ ਤੁਹਾਨੂੰ ਗੱਲ ਕਰ ਦਿੰਦਾ ਪੂਰੀ। ਹੁਣ ਇੱਥੇ ਜੇ ਅਲੋਂਗ ਹੌਰੀਜ਼ੌਂਟਲ ਮੈਂ ਗੱਲ ਕਰਾਂ ਤਾਂ ਫਿਰ ਉਹੀ ਗੱਲ ਹੈ ਯੂਨੀਫਾਰਮ ਮੋਸ਼ਨ ਹੈ ਤੇ ਹੌਰੀਜ਼ੌਂਟਲ ਅਲੋਂਗ ਉਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ u ਹੀ ਹੈ ਪੂਰੀ u yes sir। ਨਾਲ ਦਾ ਸਿੱਟਿਆ ਤੇ theta 0 है। ਵਰਟੀਕਲ ਜੇ ਗੱਲ ਕਰਨੀ ਹੋਵੇ ਤਾਂ ਯੂਨੀਫਾਰਮਲੀ accelerated motion ਤੇ ਇੱਥੇ ਫਿਰ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋਏਗੀ 0। ਯੈਸ ਇਨੀਸ਼ੀਅਲ ਵੈਲੋਸਿਟੀ ਦਾ ਅਲੋਂਗ ਵਰਟੀਕਲ ਤੇ ਹੌਰੀਜ਼ੌਂਟਲ ਦਿੱਤੀ ਵਰਟੀਕਲ ਕੰਪੋਨੈਂਟ 0 ਸੀਗਾ। yes sir। ਫਾਈਨਲ ਵੈਲੋਸਿਟੀ ਆਪਾਂ ਪਤਾ ਕਰ ਸਕਦੇ ਹਾਂ ਕਿਸੇ ਮੋਮੈਂਟ ਤੇ ਹਨਾ ਤੇ g minus gt आ जाएगी। ਹੈ ਹਾਂ ਐਕਸਲਰੇਸ਼ਨ ਕਿੰਨੀ ਆਏਗੀ ਹਮੇਸ਼ਾ प्लस g yes sir। ਤੇ ਹੋਰ ਕੀ ਹੁੰਦਾ ਬਸ ਬਾਕੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਪਹਿਲਾਂ ਵੀ ਕਰਦੇ ਨੇ ਇਨਫੋਰਮੇਸ਼ਨ ਆਪਾਂ ਹੁਣ ਵੀ ਕੱਢੀ ਜਾਵਾਂਗੇ ਜੋ ਵੀ ਚੀਜ਼ ਪਤਾ ਕਰਨੀ ਹੋ। ਕਲੀਅਰ ਹੈ ਸਾਰਿਆਂ ਨੂੰ ਗੱਲ? Yes sir। yes sir। ਤੇ ਇਹਦੀ ਜੇ ਮੈਂ ਦੇਖਾਂ ਇੱਥੇ ਜਿਹੜੀ ਬਾਕੀ ਇਨਫੋਰਮੇਸ਼ਨ ਨੇ ਇੱਥੇ ਹੌਰੀਜ਼ੌਂਟਲ ਤੇ ਵਰਟੀਕਲ ਦੀ ਅਲੱਗ-ਅਲੱਗ ਕਿਵੇਂ ਕੱਢਾਂਗਾ ਕਿਸੇ ਮੋਮੈਂਟ ਤੇ ਇਹਦੀ ਵੈਲੋਸਿਟੀ ਦਾ हॉरिजॉन्टल कंपोनेंट जो होएगा वो हमेशा u होएगा पर वर्टिकल कंपोनेंट कुछ हो जाएगा है ना
ਉਹਦੇ ਕਰਕੇ ਇਹਦੀ ਫਾਈਨਲ ਵੈਲੋਸਿਟੀ ਦਾ ਜਿਹੜਾ ਕੰਪੋਨੈਂਟ ਹੋਏਗਾ ਉਹ ਇਸ ਤਰ੍ਹਾਂ ਆਏਗਾ, ਮਤਲਬ ਜੋ ਵੀ ਉਹਦੇ ਹਮੇਸ਼ਾ ਟੈਂਜੈਂਟ ਆਏਗਾ। ਐਂਡ ਆ ਜਿਹੜਾ x ਹੋਏਗਾ ਕਿਸੇ ਟਾਈਮ t ਬਾਅਦ ਹੈ ਨਾ, x y ਤੇ x ਹਮੇਸ਼ਾ u into t ਹੋਏਗਾ, ਜਿਹੜਾ y ਹੋਏਗਾ ਉਹ ਹੋਏਗਾ ut plus half at square, ਤੇ u 0 ਹੀ ਹੈ ਕਿਉਂਕਿ ਫਾਈਨਲ ਵੈਲੋਸਿਟੀ ਇੱਥੇ ਇਨੀਸ਼ੀਅਲ ਵੈਲੋਸਿਟੀ 0 ਹੈ ਨਾ, ਫਾਈਨਲ ਵਰਟੀਕਲੀ plus half half gt square t square ਹੋ ਜਾਏਗਾ। t ਨੂੰ ਇਹਨਾਂ ਦੋਨਾਂ ਚੋਂ ਗਾਇਬ ਕਰਕੇ ਇਕੁਏਸ਼ਨ ਆਫ ਟ੍ਰੈਜੈਕਟਰੀ ਮਿਲੇਗੀ, ਇੱਥੋਂ t ਮਿਲੇਗਾ x by u, ਇੱਥੇ ਪੁੱਟ ਕਰ ਦਾਂਗੇ y equal to 1/2g x square by u square, ਤੇ ਇਹ ਆਏਗਾ g by 2u square x square, ਆ ਕਾਂਸਟੈਂਟ ਹੀ ਹੈ ਸਾਰਾ, y is equal to something into x square, again that is a parabolic। ਮਤਲਬ yes sir ਹਰ ਚੀਜ਼ ਦੇ ਵਿੱਚ ਸੌਖਾ ਹੋ ਜਾਏਗਾ ਕੰਮ, ਹੁਣ ਔਖਾ ਨਹੀਂ, ਹੁਣ ਸੌਖਾ ਹੋ ਜਾਏਗਾ। ਹੁਣ ਮੈਂ ਤੁਹਾਨੂੰ ਇਹ ਦਿਖਾ ਦਿੰਦਾ ਸਿੱਧਾ ਹੀ ਵੀ ਇਹ ਕਿਵੇਂ ਆਪਾਂ ਕਰਦੇ ਆ। ਤੇ ਨੂਮੈਰੀਕਲ ਤੁਸੀਂ ਕਰਨੇ ਆ ਹੁਣ। वर्टिकल प्रोजेक्शन ਦੇ ਮੈਂ ਨਹੀਂ, ਇਹ ਤਾਂ ਉਹ ਹੋ ਗਿਆ, ਇਹ ਤਾਂ ਕਿਤੇ ਹੋਇਆ ਆਪਾਂ। ਆ ਦੇਖੋ ਇੱਥੇ ਇਹਨਾਂ ਨੇ ਕੀਤਾ tan ਥੀਟਾ ਨੂੰ ਨਾਮ ਦਿੱਤਾ p, ਤੇ ਆ ਸਾਰਾ ਕਾਂਸਟੈਂਟ ਆਇਆ ਉਹ ਨਾਮ ਦਿੱਤਾ q। ਸੋ ਇਸ ਤਰ੍ਹਾਂ ਜਿਸ ਫਾਰਮ ਚ ਮੈਂ ਤੁਹਾਨੂੰ ਕਿਹਾ, ਮੈਂ c1 c2 ਕਿਹਾ ਸੀ ਨਾ ਹੁਣੀ, ਸੋ ਇਸ ਤਰ੍ਹਾਂ ਤੁਹਾਨੂੰ ਸਾਰੀ ਗੱਲ ਇਹ ਚ ਮਿਲੇਗੀ ਵਧੀਆ ਕਿ ਪ੍ਰੋਪਰਲੀ ਕਿਵੇਂ ਕੀ ਇਨਫੋਰਮੇਸ਼ਨ ਦੇਣੀ ਆ, ਕਿਵੇਂ ਕਿਵੇਂ ਲਿਖਣੀ, ਬਹੁਤ ਟੂ ਦਾ ਪੁਆਇੰਟ, ਬਹੁਤ ਵਧੀਆ ਲਿਖਿਆ ਹੋਇਆ ਚੀਜ਼ਾਂ ਨੂੰ। ਉੱਪਰੋਂ ਪ੍ਰੋਜੈਕਸ਼ਨ ਵਾਲਾ ਨਾ ਇੱਥੇ ਮੈਂ ਕਹਿੰਦਾ, ਮੈਂ ਪਤਾ ਨਹੀਂ ਸ਼ੇਅਰ ਕਰਨਾ ਤਾਂ ਨਹੀਂ ਭੁੱਲ ਗਿਆ, ਮੈਂ ਤੁਹਾਨੂੰ ਅੱਜ ਭੇਜ ਦਿੰਦਾ ਕੋਈ ਨਹੀਂ, ਉਹ 'ਚ ਤੁਹਾਨੂੰ ਸਾਰਾ ਜਿਹੜਾ ਆਹੀ ਇਨਫੋਰਮੇਸ਼ਨ ਹੈਗੀ ਉਹਨੂੰ ਅਪਲਾਈ ਕਰਕੇ ਉਹ ਵੀ ਨਾਲ ਇਹਦੇ ਆਰਟੀਕਲ ਕਰਨੇ ਆ ਤੁਸੀਂ, ਤੇ ਹੋ ਜਾਣਗੇ। ਤੇ ਆਹ ਨੂਮੈਰੀਕਲ ਹੈਗੇ ਨੇ ਜਿਹੜੇ ਤੁਸੀਂ ਕਰਕੇ ਰੱਖਣੇ ਆ ਸਾਰਿਆਂ ਨੇ ਹੁਣ ਟਰਾਈ। ਕਾਹਾ ਹੋ ਗਿਆ, ਆ ਇਹਦੇ ਵਿੱਚ ਅਦਿਤੀ ਦਾ ਕੁਐਸਚਨ ਸੀਗਾ ਕੱਲ, ਇਹ ਜਿਹੜਾ ਨੂਮੈਰੀਕਲ ਨਹੀਂ ਠੀਕ ਹੈ। ਮੈਂ ਜਿਹੜਾ ਉਹ ਵਾਲਾ ਕੁਐਸਚਨ ਹੈਗਾ ਨਾ ਜਿਸ 'ਚ ਮੈਂ ਉਹ ਕਰਨਾ ਆ, ਮੈਂ ਤੁਹਾਨੂੰ ਦੱਸ ਰਿਹਾ ਹੁਣੀ, ਉਹ ਵਾਲੇ ਫਿਰ ਮੈਂ ਅੱਜ ਸ਼ੇਅਰ ਕਰ ਦੂੰਗਾ ਤੁਹਾਡੇ ਨਾਲ, ਜਿਹਦੇ ਵਿੱਚ ਕਿਸੇ ਹਾਈਟ ਤੋਂ ਆਪਾਂ ਕਰਦੇ ਆ, ਤੇ ਹਾਈਟ ਗਿਵਨ ਹੁੰਦੀ, ਸੌਰੀ ਇੱਕ ਗੱਲ ਹੋਰ ਸੱਚ, ਟੋਟਲ ਹਾਈਟ ਗਿਵਨ ਹੁੰਦੀ ਹੈ ਪੂਰੇ ਟਾਈਮ ਦੇ ਲਈ, ਤੇ ਉੱਥੇ ਆਪਾਂ ਉਹਨੂੰ ਫਾਈਂਡ ਕਰ ਸਕਦੇ ਹਾਂ। ਚਲੋ ਮੈਂ ਉਹੀ ਕਰ ਦਿੰਦਾ, ਹਾਈਟ ਇੱਥੇ ਹੀ ਕਰ ਦਿੰਦਾ। ਸੋ ਇੱਥੇ ਹਾਈਟ ਜਿਹੜੀ ਹੈ ਡਿਸਪਲੇਸਮੈਂਟ ਜਿਹੜੀ ਹੈ ਉਹ ਟੋਟਲ ਡਿਸਪਲੇਸਮੈਂਟ ਗਿਵਨ ਹੁੰਦੀ ਹੈ ਆਪਾਂ ਨੂੰ h, ਟੋਟਲ ਗਿਵਨ ਹੁੰਦੀ ਹੈ ਆ ਵਿਚਕਾਰ ਵਾਲੀ ਨਹੀਂ, y ਨਹੀਂ, y ਤਾਂ ਇੱਥੋਂ ਹੀ ਆਏਗੀ ਟਾਈਮ t ਤੇ x ਟਾਈਮ t ਤੇ, ਕਿਸੇ ਟਾਈਮ t ਤੇ ਤਾਂ ਕਿਵੇਂ ਕਰਨਾ ਤੁਹਾਨੂੰ ਮੈਂ ਦੱਸਿਆ ਹੀ ਹੈ। ਸੋ ਇਸ ਜੀ ਦੇਖੋ ਜੇ ਡਿਸਟੈਂਸ ਟਰੈਵਲ, ਜੇ ਇੱਥੋਂ ਹਾਈਟ h ਤੋਂ ਆਪਾਂ ਸਿੱਟਿਆ ਪ੍ਰੋਜੈਕਟਾਈਲ ਨੂੰ, ਉਹ ਆ ਕੇ ਇੱਥੇ ਗਿਰਦਾ ਹੈ ਮੰਨ ਲਓ, ਤਾਂ ਉਹਦਾ ਡਿਸਟੈਂਸ ਟਰੈਵਲ ਕਿੰਨਾ ਹੁੰਦਾ, h ਹੁੰਦਾ ਹੈ ਪੂਰਾ। ਅਗਰ ਟਾਈਮ ਆਫ ਫਲਾਈਟ ਇਹਦੀ ਇਸ ਕੇਸ t ਲੈ ਲਈ ਆਪਾਂ, ਇਹਦੀ ਟਾਈਮ ਆਫ ਫਲਾਈਟ ਹੁਣ ਆਏਗੀ ਜਿੰਨੀ ਦੇਰ ਚ ਹਵਾ ਚ ਰਿਹਾ ਇੱਥੋਂ ਸੁੱਟਣ ਤੋਂ ਬਾਅਦ, ਤੇ ਇੱਥੋਂ h ਆਪਣੇ ਕੋਲ ਹਾਈਟ ਹੈਗੀ ਆ टाइम ऑफ फ्लाइट t हो गया है ना, ये अपने को एक तरह डिस्प्लेसमेंट का रोल प्ले कर रहा है, ये अपने को टाइम का रोल प्ले कर रहा है, तो एक्सेलरेशन लिए अपने को g हैगी है प्लस है ना, तो इनिशियल वेलोसिटी अपने को 0 है ना, तो इतने आप जो लाइए s इक्वल टू ut प्लस हाफ a t स्क्वायर आ जाएगा है ना। yes sir तो फिर तो टाइम ऑफ फ्लाइट की आ जाएगी 2h by g अंडर द रूट आएगी टाइम ऑफ फ्लाइट। yes sir ਤੇ ਇਹਦੇ ਚ ਜਿਹੜੀ ਰੇਂਜ ਹੋਏਗੀ ਹੌਰੀਜ਼ੌਂਟਲ ਰੇਂਜ ਕੀ ਹੁੰਦੀ ਹੈ u into t ਹੋਏਗੀ ਬਸ। ਆਓ ਜੀ, ਮਤਲਬ ਇਹ ਫਾਰਮੂਲੇ ਨਹੀਂ ਯਾਦ ਰੱਖਣੇ ਤੁਸੀਂ, ਬਸ ਸਿੱਧਾ ਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਿੱਧਾ ਹੀ ਆਪਾਂ ਹੁਣ ਗਿਵਨ ਇਨਫੋਰਮੇਸ਼ਨ ਨੂੰ ਡਿਟੈਕਟ ਕਰਕੇ ਇਹ ਕਰ ਸਕਦੇ ਹਾਂ। ਇਹ ਆਰਟੀਕਲ ਪਹਿਲਾਂ ਆਉਂਦਾ ਹੈ ਤੁਹਾਡੀ ਬੁੱਕਸ ਦੇ ਵਿੱਚ, ਕਈਆਂ 'ਚ ਉਹ ਬਾਅਦ ਚ ਆਉਂਦਾ ਹੈ, ਮੈਂ ਤੁਹਾਨੂੰ ਉਹ ਪਹਿਲਾਂ ਕਰਾਤਾ ਕਿਉਂਕਿ ਉਹ 'ਚ ਸਾਰੀ ਬਰੀਕੀ ਵਿੱਚ ਡਿਸਕਸ ਹੋ ਗਈ ਚੀਜ਼ ਹੌਰੀਜ਼ੌਂਟਲ ਵਾਲੀ ਵਰਟੀਕਲ ਵਾਲੀ, ਤੇ ਹੁਣ ਇਹ ਕਰਨਾ ਸੌਖਾ ਆ। ਆਹ ਦੇਖੋ ਸਾਰੀਆਂ ਚੀਜ਼ਾਂ ਇਹ 'ਚੋਂ ਨਿਕਲ ਜਾਣਗੀਆਂ ਕਿਸੇ ਟਾਈਮ ਟੀ ਤੇ ਵੀ। ਉਹਦਾ ਮੈਂ 2-3 ਪੇਜ ਹੈਗੇ ਨੇ ਬਸ, ਉਹਦੇ ਡੈਰੀਵੇਸ਼ਨ ਦੇ ਮੈਂ ਆਰਟੀਕਲ ਤੁਹਾਨੂੰ ਮੈਂ 2-3 ਪੇਜ ਹੁਣੇ ਹੀ ਮੈਂ WhatsApp ਕਰ ਦਿੰਦਾ ਹਾਂ ਸਾਰਿਆਂ ਨੂੰ, ਉਹਦੀ PDF ਜੀ 3 ਪੇਜ ਦੀ, ਤੇ ਨਿਊਮੈਰੀਕਲਸ ਦੀ ਵੀ,
ਤੇ ਉਹਦੇ ਨੂਮੈਰੀਕਲ ਤੇ ਇਹਦੇ ਨੂਮੈਰੀਕਲ ਇਕੱਠੇ ਕਰਨੇ ਹੁਣ ਸਾਰੇ ਨੂਮੈਰੀਕਲ ਤੁਸੀਂ ਚੰਗੀ ਤਰ੍ਹਾਂ ਟਰਾਈ। ਤੇ ਕੁਝ ਮੈਂ ਸ਼ਾਇਦ ਉਦੋਂ ਕਰਵਾਈ ਸੀ ਤੁਹਾਨੂੰ, ਸ਼ਾਇਦ ਪਿਛਲੀ ਵਾਰ ਜਦੋਂ ਮੈਂ ਕਰਾਇਆ ਸੀ ਕਿ ਨਹੀਂ ਹੋਏ ਸੀ। ਤੇ ਆਰਟੀਕਲ ਤੁਸੀਂ ਚੰਗੀ ਤਰ੍ਹਾਂ ਪੜ੍ਹੋ, ਅੱਜ ਵਾਲਾ ਲੈਕਚਰ ਚੰਗੀ ਤਰ੍ਹਾਂ ਦੇਖੋ। ਕੱਲ ਮੈਂ ਇੱਕ ਵਾਰ ਤੁਹਾਨੂੰ ਦੁਬਾਰਾ ਇਹਦੇ ਕੁਝ ਨੂਮੈਰੀਕਲਸ ਵੀ ਇਹ 'ਚ ਕਰਾ ਦੂੰਗਾ, ਚਾਹੇ ਜਿਹੜੇ ਮੈਂ ਨੂਮੈਰੀਕਲ ਸ਼ੇਅਰ ਕਰਨ ਲੱਗਾ, ਸੋ ਦੈਟ ਕਿ ਪ੍ਰੋਜੈਕਟਾਈਲ ਮੋਸ਼ਨ ਦੇ ਵਿੱਚ ਤੁਹਾਨੂੰ ਡੀਲ ਕਰਨਾ ਆ ਜਾਵੇ, ਕੁਐਸਚਨ ਦੇ ਵਿੱਚ, ਪ੍ਰੋਬਲਮ ਦੇ ਵਿੱਚ ਕਿਵੇਂ ਡੀਲ ਕਰਨਾ ਹੈ ਉਹ ਕਰਕੇ, ਤੇ ਫਿਰ ਆਪਾਂ ਉੱਤੇ ਕਰਾਂਗੇ ਕੰਮ ਅੱਗੇ ਜਿਹੜਾ ਯੂਨੀਫਾਰਮ ਸਰਕੂਲਰ ਮੋਸ਼ਨ ਹੈ ਇਹਦੇ ਵਿੱਚ, ਕਿਉਂਕਿ ਆਪਣੇ ਕੋਲ ਆਰਟੀਕਲ ਉਹੀ ਰਹਿ ਗਿਆ ਇਹ 'ਚ, ਬਾਕੀ ਲਗਭਗ ਆਪਾਂ ਉਹ ਦੇਖ ਚੁੱਕੇ ਆ। ਤੇ ਜਿਹੜੀਆਂ ਤੁਹਾਡੀ ਪ੍ਰੋਬਲਮਸ ਹੈਗੀਆਂ ਨੇ, ਇੱਕ ਪ੍ਰੋਬਲਮ ਕੱਲ ਆਈ ਸੀ ਕਿਸੇ ਬੱਚੇ ਦੀ, ਪਤਾ ਨਹੀਂ ਤੁਹਾਡੇ ਗਰੁੱਪ 'ਚ ਸੀ, ਕਿਸੇ ਲੈਮੇਜ ਥਿਊਰਮ ਦੀ। ਹਾਲਾਂਕਿ ਲੈਮੇਜ ਥਿਊਰਮ ਦੀ ਜ਼ਿਆਦਾ ਪ੍ਰੋਬਲਮ ਫੋਰਸ ਐਂਡ ਲਾਜ਼ ਆਫ ਮੋਸ਼ਨ ਜਾਣੀ ਹੈ ਅਗਲੇ ਯੂਨਿਟ 'ਚ, ਪਰ ਚਲੋ ਫਿਰ ਵੀ ਹੁਣ ਆਪਾਂ ਕਰਨ ਜੋਗੇ ਹੈਗੇ ਆ। ਸਾਈਨ ਫਾਰਮੂਲਾ ਆਪਾਂ ਕਰ ਚੁੱਕੇ ਆ, ਕੋਸਾਈਨ ਫਾਰਮੂਲਾ ਕਰ ਚੁੱਕੇ ਆ, ਤੇ ਪ੍ਰੋਜੈਕਟਾਈਲ ਮੋਸ਼ਨ ਆਪਣਾ ਹੋ ਚੁੱਕਿਆ, ਤੇ ਆਪਣੇ ਕੋਲ ਰਿਲੇਟਿਵ ਵੈਲੋਸਿਟੀ ਇਨ ਪਲੇਨ ਜਿਹੜੀ ਆ ਇਹ ਵੀ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਡਿਸਕਸ਼ਨ ਦੇ ਚੁੱਕਿਆ ਵਾਂ। ਤੇ ਇੱਕ ਹੈਗੀ ਆਪਣੇ ਕੋਲ ਹੁਣ ਲਾਸਟ ਚੀਜ਼ ਸੈਂਟਰੀਪੀਟਲ ਐਕਸਲਰੇਸ਼ਨ, ਬਹੁਤ ਇੰਪੋਰਟੈਂਟ ਹੈ, ਦੂਈ ਅੱਗੇ ਅਗਲੇ ਯੂਨਿਟਸ ਵਿੱਚ ਵੀ ਯੂਜ਼ ਹੋਏਗੀ। ਸਹੀ, ਆਹ ਆਰਟੀਕਲ ਇੱਕ ਨਾ ਰਹਿੰਦਾ, ਪਰ ਇਹਨਾਂ ਸਾਰਿਆਂ ਦੇ ਰਿਲੇਟਿਡ ਕੰਮ ਆਪਾਂ ਨੂੰ ਹੁਣ ਕਰਨਾ ਚਾਹੀਦਾ। ਹੁਣ ਆਪਾਂ ਨੂੰ ਸਿਰਫ ਨੂਮੈਰੀਕਲਸ ਤੇ ਕੰਮ ਹੁਣੇ ਕਰ ਲੈਣਾ ਚਾਹੀਦਾ ਜਲਦੀ। ਸੋ ਹੁਣ ਤੁਸੀਂ ਸਾਰਿਆਂ ਨੇ ਕੋਈ ਕੁਝ ਵੀ ਕਰ ਰਿਹਾ, ਛੱਡ ਦੋ ਸਾਰਾ ਕੁਝ, ਆਹ ਕੰਮ ਕਰੋ। ਪਹਿਲਾਂ ਪ੍ਰੋਜੈਕਟਾਈਲ ਮੋਸ਼ਨ ਦੇ ਆਰਟੀਕਲਸ ਕਲੀਅਰ ਕਰੋ ਜਿਹੜੇ ਮੈਂ ਹੁਣੀ ਦੱਸੇ ਆ, ਹੁਣੀ ਕਰਵਾਏ ਆ। ਚਾਹੇ ਪ੍ਰੋਜੈਕਟਾਈਲ ਕਿਸੇ ਵੈਲੋਸਿਟੀ ਨਾਲ ਐ ਸਿੱਟਿਆ ਗਿਆ ਹੋਵੇ ਤੇ ਚਾਹੇ ਕਿਸੇ ਹਾਈਟ ਤੋਂ ਸਿੱਟਿਆ ਗਿਆ ਹੋਵੇ, ਦੋਨੋਂ ਹੀ ਕੇਸਿਸ ਜਾਂ ਦੋਨਾਂ ਦੇ ਮਿਕਸ ਕੇਸਿਸ ਵੀ ਆਣਗੇ ਨੂਮੈਰੀਕਲਸ। ਇੱਕ ਤਾਂ ਆ ਬਹੁਤ ਜ਼ਰੂਰੀ ਆ ਅੱਜ ਇਸ ਟਾਈਮ ਤੁਹਾਡੇ ਲਈ। ਦੂਜਾ ਰਿਲੇਟਿਵ ਵੈਲੋਸਿਟੀ ਇਨ ਪਲੇਨ ਐਂਡ ਇਨ ਸਟ੍ਰੇਟ ਲਾਈਨ ਵੀ ਕਰ ਲਓ ਤਾਂ ਵਧੀਆ ਹੈ, ਇਨ ਪਲੇਨ ਬਹੁਤ ਜ਼ਰੂਰੀ ਹੈ, ਕਿਉਂਕਿ ਆਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਇਸ ਚੈਪਟਰ ਦਾ ਸਮਝ ਲਓ ਹਾਈਲਾਈਟ ਨੇ। तो रिलेटिव वेलोसिटी इन प्लेन ਦੇ ਨੂਮੈਰੀਕਲਸ ਤੇ ਉਹਦੇ ਨੂਮੈਰੀਕਲਸ ਕਹੋ ਤਾਂ ਮੈਂ ਵਰਕਸ਼ੀਟ ਦੀ ਇਕੱਲੇ ਨੂਮੈਰੀਕਲ ਦੀ ਵਰਕਸ਼ੀਟ ਦੀ ਵੀ ਇੱਕ ਪੀਡੀਐਫ ਬਣਾ ਕੇ ਹੁਣੇ ਭੇਜਦਾ ਵਾਂ, ਜਿਸ 'ਚ ਤੁਸੀਂ ਰਿਲੇਟਿਵ ਵੈਲੋਸਿਟੀ, ਪ੍ਰੋਜੈਕਟਾਈਲ ਮੋਸ਼ਨ ਤੇ ਆਹ ਸਭ ਚੀਜ਼ਾਂ ਟਰਾਈ ਕਰਨੀਆਂ। ਸੈਂਟਰੀਪੀਟਲ ਐਕਸਲਰੇਸ਼ਨ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ ਆਪਾਂ, ਚਾਹੇ ਮੈਂ ਸੈਂਟਰੀਪੀਟਲ ਐਕਸਲਰੇਸ਼ਨ ਦਾ ਇੱਕ ਵਾਰ ਡਿਰਾਈਵ ਕਰਾ ਕੇ ਥੋੜਾ ਜਿਹਾ ਕੰਮ 20 ਮਿੰਟ ਦੇ ਵਿੱਚ, ਤੇ ਫਿਰ ਬਾਕੀ ਤੁਹਾਡੀ ਪ੍ਰੋਬਲਮਸ ਲਾਉਂਗਾ ਇਹਨਾਂ ਦੀਆਂ ਹੀ, ਪ੍ਰੋਜੈਕਟਾਈਲ ਮੋਸ਼ਨ ਦੀਆਂ, ਰਿਲੇਟਿਵ ਵੈਲੋਸਿਟੀ ਇਨ ਪਲੇਨ ਦੀ। ਇਹ ਮੈਂ ਤੁਹਾਨੂੰ ਭੇਜ ਦਿੰਦਾ ਹਾਂ ਹੁਣੀ, ਤੇ ਅੱਜ ਸਾਰੇ ਜਣੇ ਟਰਾਈ ਕਰੋ ਇਹਨੂੰ। ਪਹਿਲਾਂ ਮੇਰਾ ਲੈਕਚਰ ਪਿਛਲਾ ਵਾਲਾ ਵੀ ਪਿਛਲਾ ਭੇਜਦਾ ਤੁਹਾਨੂੰ, ਕਿ ਹੈਗਾ ਤੁਹਾਡੇ ਕੋਲ, ਦੇਖਿਆ ਹੈ ਸਭ ਨੇ, ਲਿਖਿਆ ਹੋਇਆ ਵਾ ਚੰਗੀ ਤਰ੍ਹਾਂ? सर आ गया। ਹੈਗਾ? यस सर। ਚਲੋ ਠੀਕ ਹੈ। ਮੈਂ ਪਿਛਲਾ ਲੈਕਚਰ ਨਹੀਂ ਤਾਂ ਮੈਂ ਜਿਵੇਂ ਜੇ ਤੁਹਾਨੂੰ ਲੋੜ ਹੁੰਦੀ ਹੈ ਮੈਂ ਉਹ ਵੀ ਭਾਵੇਂ ਅਪਲੋਡ ਕਰਕੇ ਅੱਜ ਉਹ ਵੀ ਲਿੰਕ ਬਣਾ ਕੇ ਭੇਜ ਦਿੰਦਾ, ਇਹ ਵੀ ਭੇਜ ਦਿੰਦਾ। ਇਹ ਦੋ ਲੈਕਚਰ ਪਲੱਸ ਆਹ ਦੋ ਚੀਜ਼ਾਂ ਦੇ ਉੱਪਰ ਆਪਣੇ ਨੂਮੈਰੀਕਲਸ ਇਹ ਬਹੁਤ ਜ਼ਰੂਰੀ ਨੇ ਹੁਣ ਕਰਨੇ। ਤੇ ਇੱਕ ਨੂਮੈਰੀਕਲ ਜਿਹੜਾ ਤੁਹਾਨੂੰ ਮੈਂ ਅੱਜ ਸ਼ੁਰੂ 'ਚ ਕਰਾਇਆ ਪੋਜੀਸ਼ਨਸ ਵਾਲਾ, ਬਹੁਤ ਧਿਆਨ ਨਾਲ ਕਰਨ ਵਾਲਾ ਸੀ, ਜਿਹੜਾ ਸ਼ਾਇਦ ਇਹ 'ਚ ਰਿਕਾਰਡਿੰਗ 'ਚ ਨਹੀਂ ਹੈ, ਉਸ ਤੋਂ ਪਹਿਲਾਂ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਰਾਇਆ ਸੀ। ਠੀਕ ਹੈ ਜੀ, ਆਪਾਂ ਬਾਕੀ ਗੱਲ ਕਰਦੇ ਹਾਂ ਹੁਣ। ਥੈਂਕ ਯੂ। थैंक यू सर। Thank you, sir. Thank you, sir.